ਦਰਸ਼ਕੋ ਜਿਸ ਤਰ੍ਹਾਂ ਕਿ ਅਸੀਂ ਆਏ ਦਿਨ ਸਾਡੇ ਸਟੂਡੀਓ ਦੇ ਵਿੱਚ ਕੋਈ ਨਾ ਕੋਈ ਅਸੀਂ ਤੁਹਾਡੇ ਸੁਝਾਅ ਲਈ ਸਾਡੇ ਕੋਲ ਡਾਕਟਰ ਸਾਹਿਬਾਨ ਆਉਂਦੇ ਨੇ। ਅੱਜ ਵੀ ਉਸੇ ਤਰ੍ਹਾਂ ਹੀ ਕਰੋਨਾ ਵਾਇਰਸ 'ਤੇ ਕਿਸ ਤਰ੍ਹਾਂ ਅਸੀਂ ਬਚ ਸਕਦੇ ਹਾਂ, ਕੀ ਉਪਾਅ, ਕੀ ਉਹਦੇ ਲੱਛਣ ਤੇ ਕਿਹੜੀ ਕਿਹੜੀ ਖੁਰਾਕ ਸਾਨੂੰ ਸਮੇਂ ਸਿਰ ਲੈਣੀ ਚਾਹੀਦੀ ਹੈ, ਉਸੇ ਪ੍ਰੋਗਰਾਮ ਦੇ ਤਹਿਤ ਅਸੀਂ ਸਾਡੇ ਸਟੂਡੀਓ ਦੇ ਵਿੱਚ ਅੱਜ ਡਾਕਟਰ ਸਾਡੇ ਨਾਲ ਮੌਜੂਦ ਨੇ। ਡਾਕਟਰ ਹਰਕਿਰਤ ਸਿੰਘ ਗਿੱਲ ਜੋ ਕਿ ਮੈਡੀਕਲ ਅਫਸਰ ਸਿਹਤ ਵਿਭਾਗ ਨੂੰ ਹਨ। ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਹਰਕਿਰਤ ਸਿੰਘ ਗਿੱਲ ਜੀ, ਤੁਹਾਡਾ ਸਾਡੇ ਸਟੂਡੀਓ ਦੇ ਬਹੁਤ ਬਹੁਤ ਸਵਾਗਤ ਹੈ ਜੀ। ਜਗਰਾ ਜੀ ਤੁਹਾਨੂੰ ਸਪੈਸ਼ਲੀ ਤੇ ਤੁਹਾਡੇ ਚੈਨਲ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਜਿਹੜੇ ਪੱਤਰਕਾਰ ਭਾਈਚਾਰੇ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ, ਕਿਉਂਕਿ ਡਾਕਟਰਾਂ ਤੇ ਪੁਲਿਸ ਕਰਮਚਾਰੀਆਂ ਦੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਇਸ ਕੋਵਿਡ ਜਿਹੜੀ 19 ਜੋ ਮਹਾਮਾਰੀ ਸਾਡੇ ਦੇਸ਼ 'ਤੇ ਆਈ ਹੈ ਉਹਦੀ ਕਵਰੇਜ ਲੋਕਾਂ ਤੱਕ ਸਟਾਈਲ ਪਹੁੰਚਾਉਣ ਦੀ ਜੋ ਤੁਸੀਂ ਪ੍ਰਕਿਰਿਆ ਕਰ ਰਹੇ ਹੋ, ਜੋ ਕਾਰਜ ਕਰ ਰਹੇ ਹੋ, ਉਹ ਵੀ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਤੇ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਸੀਂ ਸਾਡੀ ਸਲਾਹ ਕੀਤੀ ਹੈ ਮੀਡੀਆ ਭਾਈਚਾਰੇ ਦੀ ਫਰੰਟ ਲਾਈਨ ਦੇ ਕੰਮ ਕਰ ਰਿਹਾ, ਕਿਉਂਕਿ ਜਿੱਥੇ ਕਿ ਡਾਕਟਰ ਸਾਹਿਬਾਨ ਤੇ ਪੰਜਾਬ ਪੁਲਿਸ ਦੇ ਹੋਰ ਵੀ ਕਾਫੀ ਸੰਸਥਾਵਾਂ ਜੋ ਕਿ ਫਰੰਟ ਲਾਈਨ 'ਤੇ ਕੋਈ ਕੰਮ ਕਰਦੀਆਂ, ਉੱਥੇ ਸਾਡਾ ਮੀਡੀਆ ਵੀ ਅੱਜ ਫਰੰਟ ਲਾਈਨ 'ਤੇ ਕੋਈ ਕੰਮ ਕਰ ਰਿਹਾ ਹੈ। ਤੇ ਡਾਕਟਰ ਸਾਹਿਬ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੇ ਮੁੱਦੇ 'ਤੇ, ਜੋ ਕਿ ਆਪਾਂ ਦਰਸ਼ਕਾਂ ਬਾਰੇ ਸਲਾਹ ਵੀ ਦੇਣੀ ਹੈ ਵੀ ਕਰੋਨਾ ਵਾਇਰਸ ਅਸਲ ਵਿੱਚ ਹੈ ਕੀ ਹੈ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਕੀ ਹੈ। ਦੇਖੋ ਜੀ, ਜਿਹੜਾ ਕਰੋਨਾ ਵਾਇਰਸ ਇੱਕ ਵਾਇਰਸ ਹੈਗਾ ਜੀ, ਜਿਹਦੇ ਕਿ ਇੱਕ ਸਿੰਪਟਮਸ ਜਿਹੜੇ ਕਿ ਲੱਛਣ ਇਹਦੇ ਬਹੁਤ ਬਰੋਡ ਸਪੈਕਟਰਮ ਆਪਾਂ ਕਹਿ ਸਕਦੇ ਹਾਂ। ਇਹ ਬਹੁਤ ਲੱਛਣ ਹੁੰਦੇ ਨੇ ਜਿਹੜੇ ਕਿ ਮਾਈਲਡ ਮਾਮੂਲੀ ਜਿਹੇ ਲੱਛਣਾਂ ਤੋਂ ਲੈ ਕੇ ਬਹੁਤ ਭਿਆਨਕ ਲੱਛਣ ਵੀ ਹੈਗੇ, ਜਿਹਦੇ ਕਰਕੇ ਬਿਮਾਰੀਆਂ ਕੋਈ ਜਿਹੜੀਆਂ ਕਿ ਮਸ ਤੇ ਸਾਫ ਬਿਮਾਰੀਆਂ ਹੁੰਦੀਆਂ। ਇਹ ਜਿਹੜਾ ਵਾਇਰਸ ਹੁੰਦਾ ਇਹ ਜੀ ਜਨਰਲੀ ਆਪਣੇ ਜਿਹੜੇ ਐਨੀਮਲ ਹੈਗੇ ਨੇ ਇਹ ਪਸ਼ੂਆਂ ਦੇ ਵਿੱਚੋਂ ਆਉਂਦਾ ਹੈ। ਤੇ ਇਹ ਜਿਹੜਾ ਹੁਣ ਹੈ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਕਰੋਨਾ ਵਾਇਰਸ ਹੈ, ਇਹ ਨਵਾਂ ਇੱਕ ਵਾਇਰਸ ਹੈ। ਮਨੁੱਖ ਦੇ ਵਿੱਚ 7 ਕਰੋਨਾ ਵਾਇਰਸ ਦੀਆਂ ਕਿਸਮਾਂ ਪਾਈਆਂ ਜਾਂਦੀਆਂ, ਉਹਨਾਂ 'ਚੋਂ ਇਹ ਨਵਾਂ ਹੈ ਜਿਹਨੂੰ ਅਸੀਂ ਨੋਵਲ ਕਰੋਨਾ ਵਾਇਰਸ ਕਹਿੰਦੇ ਹਾਂ। ਤੇ ਫਰਵਰੀ ਦੇ ਵਿੱਚ ਹੀ WHO ਨੇ ਇਹਦਾ ਨਾਮ ਧਰਿਆ ਸੀਗਾ ਜਿਹੜਾ ਕਿ SARS-CoV-2 ਦੇ ਨਾਲ ਹੈ। ਇਹਦਾ ਇੱਕ ਜਿਹਨੂੰ ਆਪਾਂ ਕਹੀਏ ਕਜ਼ਨ ਕਹਿ ਲਈਏ ਉਹ SARS-CoV-1 ਹੈ, ਜਿਹੜਾ ਕਿ ਜਿਹਨੇ ਕਿ ਸਾਰਸ ਕੀਤਾ ਸੀ ਉਹ ਵੀ ਚਾਈਨਾ 'ਚ ਹੀ ਹੋਇਆ ਸੀ 2002 ਤੇ 2003 ਦੇ ਵਿੱਚ। ਤੇ ਜਿਹੜਾ ਇਹ ਵਾਇਰਸ ਹੈਗਾ ਇਹ ਹੁਣ ਕਿਹਾ ਜਾਂਦਾ ਕਿ ਬੈਟ ਤੋਂ ਬਾਅਦ ਇੱਕ ਪੈਂਗੁਇਨ ਨਾਂ ਦਾ ਇੱਕ ਐਨੀਮਲ ਹੈ ਉਹਦੇ ਵਿੱਚ ਆਇਆ, ਉਹ ਤੋਂ ਬਾਅਦ ਇਹ ਮਨੁੱਖ 'ਚ ਆਇਆ। ਹਾਲਾਂਕਿ ਇਹਦੇ ਪਿੱਛੇ ਕੋਈ ਵੀ ਨਿਰਧਾਰਤ ਆਪਾਂ ਕਹਿ ਲਈਏ ਵੀ ਪ੍ਰਮਾਣਿਤ ਕੋਈ ਸਟੱਡੀ ਨਹੀਂ ਹੈ ਕਿ ਇਹ ਆਇਆ ਕਿਵੇਂ, ਇਹ ਜੰਪ ਕਿਵੇਂ ਆਇਆ, ਮਨੁੱਖ ਵਿੱਚ ਕਿਸ ਹਿਸਾਬ ਨਾਲ ਆਇਆ, ਉਹਦੇ ਬਾਰੇ ਸਾਨੂੰ ਨਹੀਂ ਪਤਾ। ਜੀ ਜੀ, ਇਹ ਅਸਲ ਵਿੱਚ ਇਹਦਾ ਪਤਾ ਕਿਵੇਂ ਲੱਗਦਾ ਕਿ ਸਾਨੂੰ ਕਰੋਨਾ ਵਾਇਰਸ ਦੇ ਜਿਹੜੇ ਸਿੰਪਟਮਸ ਬਾਹਰ ਆਉਂਦੇ ਆ, ਇਹਦੇ ਕਿਹੜੇ ਕਿਹੜੇ ਸਿੰਪਟਮ ਜਿੱਥੋਂ ਅਸੀਂ ਪਾ ਸਕਦੇ ਕਿ ਸਾਨੂੰ ਕਰੋਨਾ ਵਾਇਰਸ ਦੇ ਲੱਛਣਾਂ ਦਾ ਪਤਾ ਲੱਗਦਾ ਹੈ ਕਿ ਸਾਡੇ ਦਰਸ਼ਕਾਂ ਨੂੰ ਦੱਸਿਆ ਜਾਵੇ। ਜੀ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਇਹਦੇ ਜਿਹੜੇ ਲੱਛਣ ਹੈ ਇਹ ਮਾਮੂਲੀ ਤੋਂ ਲੈ ਕੇ ਬਹੁਤ ਭਿਆਨਕ ਲੱਛਣ ਵੀ ਜਾਂਦੇ। ਜਿਹੜੇ ਮਾਮੂਲੀ ਆਮ ਤਾਂ ਹੁਣ ਇਹ ਵੀ ਦੇਖਣ ਨੂੰ ਆਇਆ ਵੀ ਕੁਝ ਬੰਦੇ ਏਸਿੰਪਟੋਮੈਟਿਕ ਹੁੰਦੇ ਨੇ, ਕੁਝ ਸਿੰਪਟੋਮੈਟਿਕ ਹੁੰਦੇ ਨੇ। ਜੀ, ਇਹ ਸਿੰਪਟੋਮੈਟਿਕ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੱਛਣ ਹੁੰਦੇ ਹੀ ਨਹੀਂ ਪਰ ਉਹਨਾਂ 'ਚ ਵਾਇਰਸ ਪਾਇਆ ਜਾਂਦਾ। ਜੀ, ਸਿੰਪਟੋਮੈਟਿਕ ਜਿਹੜੇ ਪੇਸ਼ੈਂਟਸ ਹੁੰਦੇ ਆ ਆਪਾਂ ਕਹਿੰਦੇ ਜੋ ਬੰਦੇ ਹੁੰਦੇ ਆ ਉਹਦੇ ਵਿੱਚ ਇਹ ਦੇਖਣ ਨੂੰ ਆਇਆ ਵੀ 81% ਬੰਦਿਆਂ ਦੇ ਵਿੱਚ ਮਾਮੂਲੀ ਜਿਹੇ ਸਿੰਪਟਮ ਹੁੰਦੇ। ਬਾਕੀ ਜਿਹੜੇ 14% ਨੇ ਉਹਨਾਂ 'ਚ ਥੋੜ੍ਹੇ ਜਿਹੇ ਸੀਵੀਅਰ ਸਿੰਪਟਮ ਹੋ ਜਾਂਦੇ ਜਿਹਨੂੰ ਆਪਾਂ ਨਮੂਨੀਆ ਕਹਿ ਦਿੰਦੇ ਹਾਂ, ਜਿਹਦੇ ਕਰਕੇ ਸਾਨੂੰ ਉਸ ਪੇਸ਼ੈਂਟ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਉਣਾ ਪੈਂਦਾ। ਜੀ, ਜਿਹੜੇ 5% ਰਹਿ ਗਏ ਉਹ ਕ੍ਰਿਟੀਕਲ ਪੇਸ਼ੈਂਟ ਹੁੰਦੇ ਆ ਜਿਹਦੇ ਕਰਕੇ ਕਿ ਰੈਸਪੀਰੇਟਰੀ ਫੇਲੀਅਰ ਆ ਜਾਂਦਾ ਜਾਂ ਕਿਡਨੀ ਦੀ ਕੋਈ ਫੇਲੀਅਰ ਆ ਜਾਂਦਾ ਹੈਗਾ, ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਮਲਟੀ ਔਰਗਨ ਡਿਸਫੰਕਸ਼ਨਲ ਸਿੰਡਰੋਮ ਬਣ ਜਾਂਦਾ। ਜੀ, ਇਹ ਸਾਰੇ ਔਰਗਨ ਕੰਮ ਕਰਨਾ ਛੱਡ ਜਾਂਦੇ ਆ, ਉਹ 5% ਹੀ। ਜੀ, ਹੁਣ ਜਿਹੜੇ ਲੱਛਣਾਂ ਦੀ ਆਪਾਂ ਗੱਲ ਕਰੀਏ ਤਾਂ 3 ਮੇਨ ਲੱਛਣ ਨੇ ਜਿਹੜੇ ਕਿ ਦੇਖੇ ਗਏ ਨੇ, ਜਿਹਦੇ 'ਚ ਬੁਖਾਰ ਆ ਜਾਂਦਾ, ਸੁੱਕੀ ਖੰਘ ਆ ਜਾਂਦੀ ਹੈ। ਇਹ ਇੱਕ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਵੀ ਇਹ 'ਚ ਸਾਹ ਬੜਾ ਔਖਾ ਹੁੰਦਾ। ਜੀ, ਬਾਕੀ ਹੱਥ ਪੈਰ ਦੁਖਣੇ, ਇਹਨੂੰ ਭੁੱਖ ਘੱਟ ਲੱਗਣੀ, ਜਿਹਨੂੰ ਲੋਸ ਆਫ ਐਪੇਟਾਈਟ ਕਹਿੰਦੇ ਆ, ਡਾਇਰੀਆ ਹੋ ਜਾਣਾ। ਤੇ ਇਹ ਵੀ ਹੁਣ ਇੱਕ ਯੂਰਪ ਦੇ ਵਿੱਚ ਸਟੱਡੀ ਹੋਈ ਸੀ UK ਦੇ ਵਿੱਚ, ਉਹਦੇ 'ਚ ਇਹ ਵੀ ਇਹ ਗੱਲ ਕਹੀ ਹੈ ਵੀ ਲੋਸ ਆਫ ਸੈਂਸ ਆਫ ਸਮੈਲ ਤੇ ਟੇਸਟ। ਅਸੀਂ ਜੋ ਸੁਣਦੇ ਵੈਸੇ ਵੀ ਇਹ ਆਮ ਜਿਵੇਂ ਕੋਮਨ ਕੋਲਡ ਹੋ ਗਿਆ ਜਾਂ ਜ਼ੁਕਾਮ ਦੇ ਵਿੱਚ ਵੀ ਇਹ ਹੋ ਜਾਂਦਾ, ਕਿਉਂਕਿ ਜਿਹੜੇ ਆਪਣੀਆਂ ਸੈਂਸਰੀ ਨਰਵਸ ਹੁੰਦੀਆਂ ਉਹਨਾਂ ਨੂੰ ਇਹ ਇਫੈਕਟ ਕਰਦੇ ਨੇ। ਸੋ ਸੁਣਨ ਦੀ ਸ਼ਕਤੀ ਤੇ ਟੇਸਟ ਦੀ ਸ਼ਕਤੀ ਵੀ ਚਲੀ ਜਾਂਦੀ। ਇਹ ਬਹੁਤ ਵਾਈਡ ਇੱਕ ਰੇਂਜ ਹੈ ਜਿਹਦੇ ਸਪੈਕਟਰਮ ਦੀ। ਇੱਕ ਅੱਜ ਦਾ ਸਵਾਲ ਜਿਹੜਾ ਬਹੁਤ ਹੀ ਜ਼ਰੂਰੀ ਹੈ ਡਾਕਟਰ ਸਾਹਿਬ, ਵੈਸੇ ਅੱਜ ਜਿਹੜਾ ਹੁਣ ਰੁੱਤ ਬਦਲਦੀ ਹੈ ਇਹਦੇ ਵਿੱਚ ਖੰਘ ਜ਼ੁਕਾਮ ਤੇ ਸਿਰ ਦਰਦ ਬੁਖਾਰ ਵਗੈਰਾ ਵੈਸੇ ਹੀ ਆਮ ਲੋਕਾਂ ਨੂੰ ਇਹ ਵੀ ਹੋ ਜਾਂਦਾ ਘਰਾਂ ਦੇ ਵਿੱਚ,
ਤੇ ਕਿ ਇਹਦੇ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਜਿਹੜਾ ਆਮ ਨਾਰਮਲ ਇੱਕ ਕੰਨ ਜ਼ੁਕਾਮ ਵੈਸੇ ਹੀ ਹੋ ਜਾਂਦਾ ਕਿ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਕਈ ਪੇਸ਼ੈਂਟਸ ਆਉਂਦੇ ਨੇ, ਉਹਨਾਂ ਦੀ ਇਹ ਇੱਕ ਕੁਆਰੀ ਹੁੰਦੀ ਹੈ ਜੀ ਉਹਨਾਂ ਦੇ ਅੰਦਰ ਜਾਣਨ ਦੀ ਇੱਛਾ ਹੁੰਦੀ ਹੈ ਵੀ ਕਿਤੇ ਸਾਨੂੰ ਕੋਰੋਨਾ ਵਾਇਰਸ ਤਾਂ ਨਹੀਂ ਹੈ। ਜੀ ਬਿਲਕੁਲ ਜੀ, ਡਰ ਵੀ ਹੈ ਕਿਸੇ ਨਾ ਕਿਸੇ ਡਰ ਵੀ ਰਹਿੰਦਾ ਉਹਨਾਂ ਦੇ ਵਿੱਚ, ਕਿਉਂਕਿ ਜ਼ੁਕਾਮ ਦੇ ਲੱਛਣ ਆ ਗਏ, ਬੁਖਾਰ ਆ ਗਿਆ ਜੀ ਦੇਖੋ ਮੈਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਥਰੂ ਇਹ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਜੀ ਕਿ ਐਸੀ ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ। ਜੀ ਆਮ ਫਲੂ ਵੀ ਇਹ ਤੇ ਜਿਹੜਾ ਫਲੂ ਹੈ ਉਹਦੇ ਲੱਛਣ ਵੀ ਇਹੋ ਜਿਹੇ ਹੁੰਦੇ ਨੇ, ਜੀ ਜੋ ਕਾਮਨ ਕੋਲਡ ਆਪਾਂ ਜਿਹਨੂੰ ਜ਼ੁਕਾਮ ਆ ਉਹਦੇ ਲੱਛਣ ਵੀ ਇਹੋ ਹੁੰਦੇ ਆ। ਜਿਵੇਂ ਕਿ ਮੈਂ ਪਹਿਲਾਂ ਕਿਹਾ ਵੀ ਕੁਝ ਇਹ ਜਿਹੜਾ ਕਰੋਨਾ ਵਾਇਰਸ ਹੈ ਇਹਦੇ ਇਹੋ ਜਿਹੀ ਵੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਏਸਿਮਪਟੋਮੈਟਿਕ ਸਾਨੂੰ ਲੱਛਣ ਹੀ ਨਹੀਂ ਆਏ, ਸਗੋਂ ਪੇਸ਼ੈਂਟ ਕੀ ਕਰਦੇ ਉਹ ਘਬਰਾ ਕੇ ਹਸਪਤਾਲ ਆਉਣ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਡਾਕਟਰ ਨੂੰ ਮਿਲੀਏ। ਜ਼ਰੂਰ ਮਿਲਣਾ ਚਾਹੀਦਾ ਜੇ ਕੋਈ ਤੁਹਾਨੂੰ ਕੋਈ ਵੀ ਹੈਗੀ ਹੈ ਤੁਹਾਨੂੰ ਡਾਕਟਰ ਸਾਹਿਬ ਨਾਲ ਕੰਟੈਕਟ ਜ਼ਰੂਰ ਕਰਨਾ ਚਾਹੀਦਾ। ਪਰ ਜੇ ਮੰਨ ਲਓ ਵੀ ਉਹਨੂੰ ਆਮ ਕਾਮਨ ਕੋਲਡ ਹੋਇਆ ਜਾਂ ਆਮ ਫਲੂ ਹੋਇਆ, ਉਹਦੀ ਪਹਿਲਾਂ ਹੀ ਇਮਿਊਨਿਟੀ ਘਟੀ ਹੁੰਦੀ ਹੈ, ਉਹ ਹੋਰ ਆਉਂਦਾ ਹਸਪਤਾਲ ਦੇ ਵਿੱਚ ਤੇ ਉਹਦੇ ਜੋ ਚਾਂਸਿਸ ਹੈ ਕਰੋਨਾ ਨੂੰ ਹੋਣ ਦੇ ਉਹ ਜ਼ਿਆਦਾ ਵੱਧ ਜਾਂਦੇ। ਸੋ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਥਰੂ ਸਾਰੇ ਦਰਸ਼ਕਾਂ ਨੂੰ ਇਹ ਅਪੀਲ ਕਰਨਾ ਚਾਹੂੰਗਾ, ਬੇਨਤੀ ਕਰਨਾ ਚਾਹੂੰਗਾ ਕਿ ਜੇ ਤੁਹਾਨੂੰ ਕੋਈ ਸਿੰਪਟਮ ਆਉਂਦੇ ਆ ਤੁਸੀਂ ਫੋਨ ਦੇ ਉੱਤੇ ਆਪਣੇ ਡਾਕਟਰ ਸਾਹਿਬ ਨਾਲ ਜਾਂ ਜੋ ਤੁਹਾਨੂੰ ਜਾਣਦੇ ਨੇ ਟੈਲੀਮੈਡੀਸਿਨ ਦੀ ਹੁਣ ਸਰਕਾਰ ਨੇ ਵੀ ਕਿਹਾ ਵੀ ਕਰ ਸਕਦੇ ਹੋ, ਤੁਸੀਂ ਆਪਣੇ ਡਾਕਟਰ ਸਾਹਿਬ ਨਾਲ ਕੰਟੈਕਟ ਕਰੋ। ਉਹਨੂੰ ਹਸਪੀਟਲ ਆਉਣ ਦੀ ਜ਼ਰੂਰਤ ਨਹੀਂ ਹੈ ਅੰਟਿਲ ਐਂਡ ਅਨਲੈਸ ਜਿੰਨਾ ਚਿਰ ਤੁਹਾਡੇ ਜਿਹੜੇ ਇਹ ਸਿੰਪਟਮ ਨੇ ਜਿਵੇਂ ਕਿ ਖੰਘ ਹੋ ਗਈ, ਬੁਖਾਰ ਹੋ ਗਈ, ਬਹੁਤ ਜ਼ਿਆਦਾ ਖਰਾਬ ਦੇ ਵਿੱਚ ਨਾ ਪਹੁੰਚ ਜਾਵੇ, ਬੁਖਾਰ ਕੋਈ ਤੇਜ਼ ਨਾ ਹੋ ਜਾਵੇ, ਸਾਹ ਲੈਣ 'ਚ ਬਾਹਲੀ ਦਿੱਕਤ ਆਵੇ, ਉਹਨਾਂ ਚਿਰ ਤੁਹਾਨੂੰ ਹਸਪੀਟਲ ਦੇ ਵਿੱਚ ਨਹੀਂ ਆਉਣਾ ਚਾਹੀਦਾ। ਜੀ ਕਹਿਣ ਦਾ ਮਤਲਬ ਕਿ ਨਾਰਮਲ ਜਿਹੜਾ ਕੰਮ ਜ਼ੁਕਾਮ ਵੈਸੇ ਹੁੰਦਾ ਉਹ ਡਰ ਦੀ ਲੋੜ ਨਹੀਂ, ਤੁਸੀਂ ਆਪਦੇ ਰੂਟੀਨ ਦੇ ਤੌਰ ਤੇ ਤੁਸੀਂ ਜਿਹੜੀ ਜਿੱਥੋਂ ਵੀ ਡਾਕਟਰ ਤੋਂ ਲੱਗਦਾ ਉਹ ਮੈਡੀਸਨ ਲੈ ਸਕਦੇ ਹੋ। ਹਾਂ ਡਾਕਟਰ ਸਾਹਿਬ ਇੱਕ ਹੋਰ ਬਹੁਤ ਜ਼ਰੂਰੀ ਸਵਾਲ ਹੈ, ਗਰਭਵਤੀ ਔਰਤਾਂ, ਬਜ਼ੁਰਗ ਤੇ ਬੱਚੇ ਇਹਨਾਂ ਵਿੱਚ ਜ਼ਿਆਦਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਇਹ ਬਹੁਤ ਅੱਛੀ ਤੁਸੀਂ ਸਵਾਲ ਕੀਤਾ ਜੀ। ਜੋ ਸਾਡੀਆਂ ਭੈਣਾਂ ਜੋ ਗਰਭਵਤੀ ਹੁੰਦੀਆਂ ਨੇ ਉਹਨਾਂ ਨੂੰ ਵੀ ਇਸ ਚਿੰਤਾ ਸਤਾਈ ਹੁੰਦੀ ਹੈ ਕਿ ਜਿਹੜਾ ਕਰੋਨਾ ਵਾਇਰਸ ਦਾ ਹੈਗਾ। ਫਿਰ ਮੈਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ ਜੋ ਇਹ ਲੱਛਣ ਹੁੰਦੇ ਨੇ ਬੁਖਾਰ ਹੋ ਜਾਣਾ ਜਾਂ ਕੋਈ ਜ਼ੁਕਾਮ ਹੋਣਾ, ਇਹ ਆਮ ਜ਼ੁਕਾਮ ਵੀ ਹੋ ਸਕਦਾ। ਫਿਰ ਇੱਕ ਮੈਨੂੰ ਭੈਣ ਆਈ ਸੀ ਉਹ ਕਹਿੰਦੀ ਵੀ ਮੈਨੂੰ ਵੀ ਜ਼ੁਕਾਮ ਹੈਗਾ ਤੇ ਮੇਰੇ ਬੱਚੇ ਨੂੰ ਨਾ ਕਿਤੇ ਹੋ ਜਾਵੇ। ਜੀ ਦੇਖੋ ਜੀ ਤੁਸੀਂ ਜੋ ਤੁਹਾਡੀਆਂ ਗਰਭਪਾਤ ਤੋਂ ਪਹਿਲਾਂ ਜੋ ਜ਼ਿੰਮੇਵਾਰੀਆਂ ਸਰਕਾਰ ਤੁਹਾਡੇ ਪ੍ਰਤੀ ਦਿੰਦੀ ਹੈ ਉਹ ਸੇਵਾਵਾਂ ਲੈ ਕੇ ਤੁਸੀਂ ਲਿਜਾ ਸਕਦੇ ਹੋ, ਬਾਅਦ ਚੋਂ ਵੀ ਤੁਹਾਨੂੰ ਉਹੋ ਜਿਹੀ ਕੇਅਰ ਮਿਲੂਗੀ। ਤੇ ਇਹ ਅਜੇ ਤੱਕ ਕੋਈ ਇਹੋ ਜਿਹੀ ਸਟੱਡੀ ਨਹੀਂ ਆਈ ਜਿਹਦੇ 'ਚ ਇਹ ਪ੍ਰਮਾਣਿਤ ਹੋਵੇ ਕਿ ਕਰੋਨਾ ਵਾਇਰਸ ਦੀ ਵਰਟੀਕਲ ਟ੍ਰਾਂਸਮਿਸ਼ਨ ਹੁੰਦੀ ਹੈ। ਵਰਟੀਕਲ ਟ੍ਰਾਂਸਮਿਸ਼ਨ ਦਾ ਮਤਲਬ ਹੁੰਦਾ ਹੈ ਕਿ ਮਾਂ ਦੇ ਕੋਲੋਂ ਬੱਚੇ ਨੂੰ ਹੋ ਜਾਵੇ। ਜੇ ਕਿਸੇ ਮਾਂ ਨੂੰ ਇਹ ਕਰੋਨਾ ਵਾਇਰਸ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਉਹਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਉਹਨੂੰ ਘਬਰਾ ਕੇ ਪੈ ਜਾਂਦਾ ਵੀ ਮੇਰੇ ਬੱਚੇ ਨੂੰ ਹੋ ਜਾਊਗਾ। ਹਾਂ ਤੁਹਾਨੂੰ ਪ੍ਰੀਕਾਸ਼ਨਸ ਵਰਤਣੀਆਂ ਪੈਣਗੀਆਂ, ਜਿਵੇਂ ਕਿ ਬੱਚੇ ਨੂੰ ਹੱਥ ਲੈਣ ਤੋਂ ਪਹਿਲਾਂ, ਦੁੱਧ 'ਚ ਲੈਣ ਤੋਂ ਪਹਿਲਾਂ ਤਾਂ ਆਪਣੇ ਹੱਥ ਧੋਣੇ ਚਾਹੀਦੇ ਆ, ਆਪਣਾ ਜਿਹੜਾ ਫੇਸ ਨੂੰ ਕਵਰ ਰੱਖਣਾ ਚਾਹੀਦਾ। ਦੁੱਧ ਪਿਲਾਉਣ ਤੋਂ ਬਾਅਦ ਵੀ ਉਹਦੇ ਬੱਚੇ ਨੂੰ ਹੱਥ ਧੋਣੇ ਚਾਹੀਦੇ, ਆਪਣੇ ਹੱਥ ਧੋਣੇ ਚਾਹੀਦੇ। ਫਿਰ ਇਹ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਦੁੱਧ ਦੇ ਥਰੂ ਕਰੋਨਾ ਵਾਇਰਸ, ਇਹੋ ਜਿਹੀ ਕੋਈ ਸਟੱਡੀ ਨਹੀਂ ਹੈਗੀ। ਕਰੋਨਾ ਵਾਇਰਸ ਕੋਈ ਦੁੱਧ ਦੇ ਥਰੂ ਨਹੀਂ ਜਾਂਦਾ। ਤੁਸੀਂ ਬੇਸ਼ੱਕ ਹੋ ਕੇ ਬੇਝਿਜਕ ਬਿਨਾਂ ਡਰ ਤੋਂ ਆਪਣੇ ਬੱਚੇ ਨੂੰ ਜਿਹੜਾ ਦੁੱਧ ਪਾਣ ਤੋਂ ਕਰਾਉਣਾ ਉਹ ਕਰਾ ਸਕਦੇ ਜੀ। ਤੇ ਬਿਲਕੁਲ ਜੀ ਅੱਗੇ ਜਿਹੜਾ ਹੈਗਾ ਸਵਾਲ ਸਾਡਾ ਮੇਲ ਤੇ ਫੀਮੇਲ ਦੇ ਵਿੱਚ ਮੰਨਿਆ ਜਾਂਦਾ ਕਿ ਮੇਲ ਦੇ ਵਿੱਚ ਜਿਹੜਾ ਜ਼ਿਆਦਾ ਪਾਇਆ ਜਾਂਦਾ, ਇਹਦਾ ਕੀ ਕਹਿਣਾ ਤੁਹਾਡਾ ਜੀ? ਕਿਸ ਤਰ੍ਹਾਂ ਤੁਸੀਂ ਬਹੁਤ ਸਹੀ ਕਿਹਾ। ਚਾਈਨਾ ਦੇ ਵਿੱਚ ਇੱਕ ਸਟੱਡੀ ਹੋਈ ਸੀਗੀ ਤੇ ਇੱਕ US ਦੇ ਵਿੱਚ ਸਟੱਡੀ ਹੋਈ ਸੀ। ਉਸ ਸਟੱਡੀ ਵਿੱਚ ਇਹ ਪਾਇਆ ਗਿਆ ਕਿ 69% ਜਿਹੜੇ ਮੇਲ ਹੈ ਉਹਨਾਂ ਦੇ ਵਿੱਚ ਮੋਰਟੈਲਿਟੀ ਜਾਂ ਇਸ ਪੱਖੀ ਜਿਹੜੀ ਇਸ ਬਿਮਾਰੀ ਦੇ ਜੋ ਮਾੜੇ ਲੱਛਣ ਦੇਖੇ। ਤੇ ਫਿਰ ਜਿਹੜੇ ਆਪਣੇ ਸਾਇੰਸਦਾਨ ਸੀਗੇ ਉਹਨਾਂ ਨੇ ਇਸ ਪ੍ਰਤੀ ਖੋਜ ਕੀਤੀ ਉਹਦੇ ਕਿਉਂ ਹੈ ਇਹ ਮੇਲ ਦੇ ਵਿੱਚ ਕਿਉਂ ਜ਼ਿਆਦਾ ਪਾਇਆ ਜਾਂਦਾ, ਜਾਂ ਆਪਾਂ ਕਹੀਏ ਵੀ ਇੱਕ ਫੀਮੇਲ ਦੇ ਵਿੱਚ ਕਿਉਂ ਘੱਟ ਪਾਇਆ ਜਾਂਦਾ ਤੇ ਮੇਲ ਦੇ ਵਿੱਚ ਕਿਉਂ ਜ਼ਿਆਦਾ ਪਾਇਆ ਜਾਂਦਾ। ਕਿਉਂਕਿ ਮੇਲ ਦੇ ਵਿੱਚ ਕੁਝ ਜਿਹੜੀਆਂ ਆਪਾਂ ਕਹੀਏ ਵੀ ਸਮਾਜ ਪੱਖੀ ਜੋ ਆਦਤਾਂ ਮਾੜੀਆਂ ਹੁੰਦੀਆਂ, ਜਿਵੇਂ ਕਿ ਆਪਾਂ ਕਹੀਏ ਵੀ ਉਹ ਸਮੋਕਿੰਗ ਕਰਦੇ ਆ ਜਾਂ ਉਹ ਸ਼ਰਾਬ ਪੀਂਦੇ ਨੇ, ਅਲਕੋਹਲ ਇੰਟੇਕ ਕਰਦੇ ਨੇ। ਸਮੋਕਿੰਗ ਦੇ ਸਿੱਧਾ ਇਫੈਕਟ ਆਪਣੇ ਆਪ ਫੇਫੜਿਆਂ ਤੇ ਪੈਂਦਾ ਜੀ। ਯੂਰਪੀਅਨ ਰੈਸਪੀਰੇਟਰੀ ਜਰਨਲ ਨੇ ਇਹ ਦੱਸਿਆ ਹੈ ਕਿ ਜਦੋਂ ਆਪਾਂ ਸਮੋਕਿੰਗ ਕਰਦੇ ਹਾਂ ਤਾਂ ਇਹ ਜਿਹੜੇ ਆਪਣੇ ਲੰਗਸ ਹੁੰਦੇ ਆ, ਜਿਹੜੇ ਫੇਫੜੇ ਹੁੰਦੇ ਆ, ਇੱਕ ਇਹਦੇ 'ਚ ACE2 ਰਿਸੈਪਟਰ ਹੁੰਦੇ ਜਿਹਦੇ ਕਰਕੇ ਕਰੋਨਾ ਵਾਇਰਸ ਅੰਦਰ ਜਾਂਦਾ ਜੀ। ਇਹ ਜਿਹੜੇ ਸਮੋਕਿੰਗ ਕਰਕੇ ਉਹ ਰਿਸੈਪਟਰ ਇੰਕਰੀਜ਼ ਹੋ ਜਾਂਦੇ ਆ, ਸੋ ਕਰੋਨਾ ਵਾਇਰਸ ਨੂੰ ਛੇਤੀ ਅੰਦਰ ਲੈ ਜਾਂਦੇ ਆ ਆਪਣੇ ਸੈੱਲ 'ਚ।
ਠੀਕ ਹੈ ਜੀ। ਫਿਰ ਦੂਜੀ ਗੱਲ ਹੈ ਅਲਕੋਹਲ। ਹੁਣ ਜਦੋਂ ਬੰਦਾ ਅਲਕੋਹਲ ਪੀਂਦਾ ਹੈਗਾ, ਇੱਕ ਤਾਂ ਉਹ ਆਪਦੇ ਕੌਨਸ਼ੀਅਸ ਦੇ ਵਿੱਚ, ਆਪਦੀ ਸਿਆਣਪ ਦੇ ਵਿੱਚ ਨਹੀਂ ਰਹਿੰਦਾ ਹੈ, ਉਹਦੇ ਵਿੱਚ ਰਿਸਕ ਟੇਕਿੰਗ ਐਬਿਲਿਟੀ ਜ਼ਿਆਦਾ ਆ ਜਾਂਦੀ ਹੈ, ਉਹ ਰਿਸਕ ਜ਼ਿਆਦਾ ਲੈਂਦਾ, ਉਹ ਮੰਨਦਾ ਨਹੀਂ ਸਰਕਾਰ ਦੀਆਂ ਜੋ ਹਦਾਇਤਾਂ ਨਹੀਂ ਉਹਦੇ ਅਨੁਕੂਲ ਨਹੀਂ ਚੱਲਦਾ। ਫਿਰ ਹੈ ਵੀ ਇਹਦੇ ਮਾੜੇ ਪ੍ਰਭਾਵ ਘਰ 'ਚ ਵੀ ਦੇਖੇ ਜਾਂਦੇ ਆ, ਵਾਇਰਸ ਆ ਜਾਂਦੀ ਹੈਗੀ ਆ, ਜਾਂ ਆਪਾਂ ਕਹੀਏ ਸਟ੍ਰੈਸ ਦੇ ਵਿੱਚ ਵੀ ਆ ਜਾਂਦਾ। ਇਹ ਮੇਲ ਦੇ ਵਿੱਚ ਇੱਕ ਦੋ ਕਾਰਨਾਂ ਕਰਕੇ। ਦੂਜੀ ਗੱਲ ਹੈ ਕਿ ਜਿਹੜਾ ਫੀਮੇਲ ਹੈ ਉਹਨੂੰ ਆਪਾਂ XX ਦੇ ਨਾਮ ਦੇ ਨਾਲ ਆਪਾਂ ਉਹਨੂੰ ਫੀਮੇਲ ਨੂੰ ਆਪਾਂ ਦੇਖਦੇ ਹਾਂ, XX ਕ੍ਰੋਮੋਸੋਮ ਦੇ ਪਾਇਆ ਜਾਂਦਾ, ਤੇ ਜਿਹੜਾ ਮੇਲ ਹੁੰਦਾ ਉਹ 'ਚ XY ਪਾਇਆ ਜਾਂਦਾ, ਜਿਵੇਂ ਕਿ ਫੀਮੇਲ ਦੇ ਵਿੱਚ 2 X ਪਾਏ ਜਾਂਦੇ ਆ ਤੇ ਮੇਲ ਦੇ ਵਿੱਚ 1। ਤੇ ਇਹ ਸਟੱਡੀ ਦੇ ਅਕੋਰਡਿੰਗ ਇਹ ਦੱਸਿਆ ਗਿਆ ਵੀ ਜਿਹੜੀ X ਕ੍ਰੋਮੋਸੋਮ ਹੁੰਦਾ ਹੈ ਉਹਦੇ ਵਿੱਚ ਜੀਨਸ ਪਾਏ ਜਾਂਦੇ ਨੇ ਜਿਹਦੇ ਕਰਕੇ ਇਮਿਊਨਿਟੀ ਵੱਧਦੀ ਹੈ। ਫੀਮੇਲ ਕੋਲ ਤਾਂ ਪਹਿਲਾਂ ਹੀ 2 ਆ, ਮੇਰੇ ਕੋਲ ਵਿਚਾਰੇ ਕੋਲ 1 ਹੈ, तो इम्यूनिटी पहला थोड़ी मेल की घट जाती है। तीजी गल मेल के फीमेल नालों हृदय रोग आ गए, किडनी रोग आ गए, लीवर प्रॉब्लम्स आप शराब पीते हो लीवर के प्रॉब्लम आ जाती है। सो ये डिसीज़ भी ज़्यादा हो जाते हैं। कोरोना वायरस उन्होंने इफेक्ट करता जिन्होंने ये डिसीज़ ज़्यादा होती है, इस करके मेल के ज़्यादा भयानक नतीजे देखे जी। डॉक्टर साहब जो कह रही है कि डेली रूटीन के ਸਾਨੂੰ ਕਿਹੜੀ ਖਾਣਾ ਉਹਦੇ ਵਿੱਚ ਲੈਣਾ ਚਾਹੀਦਾ, ਡੇਲੀ ਰੂਟੀਨ ਦੇ ਵਿੱਚ ਕੀ ਡਾਇਟ ਲੈ ਸਕਦੇ ਅਸੀਂ, ਕਿਹੜੀ ਡਾਇਟ ਸਾਡੇ ਸਹੀ ਹੈ ਸਾਡੇ? ਹਾਂਜੀ, ਦੇਖੋ ਆਪਣਾ ਮੇਨ ਮੋਟਿਵ ਹੋਣਾ ਚਾਹੀਦਾ ਕਿ ਆਪਾਂ ਤੰਦਰੁਸਤ ਜ਼ਿੰਦਗੀ ਬਤੀਤ ਕਰੀਏ, ਉਹ ਚਾਹੇ ਕਰੋਨਾ ਤੋਂ ਪਹਿਲੇ ਦੀ ਗੱਲ ਹੈ ਜਾਂ ਕਰੋਨਾ ਤੋਂ ਬਾਅਦ ਦੀ। ਹੁਣ ਕਰੋਨਾ ਦੇ ਵਿੱਚ ਆਪਣੀ ਕੀ ਹੈ ਵੀ ਇਮਿਊਨਿਟੀ ਸਟਰੋਂਗ ਹੋਣੀ ਚਾਹੀਦੀ, ਜਿਹਦੇ ਕਿ ਬਾਹਲੇ ਕੁਝ ਇੰਨੇ ਫੇਰ ਬਦਲ ਨਹੀਂ ਹੈਗੇ, ਪਰ ਜ਼ਰੂਰ ਹੈਗੇ ਆ ਥੋੜ੍ਹੇ ਜਿਹੇ। ਉਹ ਹੈਗੇ ਵੀ 6 ਵਿਟਾਮਿਨ ਆਪਾਂ ਜ਼ਰੂਰ ਉਹਦੀ ਆਪਾਂ ਇਨਟੇਕ ਰੱਖਣੀ ਆ, ਉਹ ਖਾਣੇ, ਜਿਹਦੇ ਵਿੱਚ ਵਿਟਾਮਿਨ C ਆਉਂਦਾ, ਵਿਟਾਮਿਨ E ਆਉਂਦਾ, ਵਿਟਾਮਿਨ D ਆਉਂਦਾ, ਜ਼ਿੰਕ ਆਉਂਦਾ, ਸਲੀਨੀਅਮ ਆਉਂਦਾ। ਜਿਹੜਾ ਵਿਟਾਮਿਨ C ਹੈ ਇਹ ਆਪਣੀ ਇਮਿਊਨਿਟੀ ਦੇ ਵਿੱਚ ਬਹੁਤ ਅੱਛਾ ਰੋਲ ਪਲੇ ਕਰਦਾ, ਐਂਟੀਆਕਸੀਡੈਂਟ ਹੈ, ਬਹੁਤ ਅੱਛਾ ਐਂਟੀਆਕਸੀਡੈਂਟ। ਵਿਟਾਮਿਨ D ਹੈ, ਆਪਣੇ ਇੰਡੀਅਨਸ ਦੇ ਵਿੱਚ ਹਾਲੇ ਵਿਟਾਮਿਨ D ਦੀ ਮਾਤਰਾ ਠੀਕ ਤਰ੍ਹਾਂ ਪਾਈ ਜਾਂਦੀ ਹੈ, ਥੋੜ੍ਹੀ ਘੱਟ ਪਾਈ ਜਾਂਦੀ ਪਰ ਫਿਰ ਵੀ ਪਾਈ ਜਾਂਦੀ ਹੈ। ਬਾਹਰਲੇ ਮੁਲਕਾਂ 'ਚ ਕੈਨੇਡਾ ਅਮਰੀਕਾ ਦੇ ਵਿੱਚ सूरज नाल इन्नी इंटरैक्शन नहीं होंगी बॉडी की, इस करके उन्होंने विटामिन डी की घट मात्रा पाई जाती है। जे आम आप विटामिन C की गल करिए तो ये आमले जो नींबू हो गया, सिट्रस फ्रूट्स हो गया, पालक हो गया, इतों आप इन्होंने ले सकते हैं। दूजी गल है कि विटामिन डी ये गोलियां भी अवेलेबल होंगे, ये आप वैक्सीन ले सकते हैं। अपने डॉक्टर साहब किसी भी डॉक्टर को प्रिस्क्रिप्शन लिखा के उन्होंने वेरवा करके उन्होंने सलाह मशवरा करके। तीजी गल है कि जिन्हें जिंक आम भी देखा गया जो बच्चों के दस्त लगती है उन्होंने जिंक डॉक्टर दिता है, क्यों दिता है? क्योंकि वो जी वायरस होंगे रोटा वायरस होंगे उन्हें यह वायरस होगा किसी भी वायरस की रेप्लीकेशन रोकता जिंक, इस करके जिंक भी आप देना होंगे, इन्ना इम्यूनिटी भी इंक्रीज होंगी। ठीक है जी। तो फिर ये होर गल्लां भी हैगियां ने, जिवें तुसीं मैं थोड़ा बता दिंदा कि आपकी एक्सरसाइज दे विच जरूर आपका योगदान होना चाहिए। 20 तो लैके 30 मिनट तक की एक्सरसाइज होनी चाहिए। वो डिपेंड है, कोई कहते हैं भी मेरे को होनी नहीं जी, घर साडा बहुत छोटा, तुसीं जिथे भी कर सकते हो आपकी एक्सरसाइज जरूर करो, कोठे की छत ते चढ़ के कर सकते हो, पर थोड़ी एक्सरसाइज जरूर करो, थोड़ी वॉक होनी चाहिए। इत्थे मैं ये दस देना चाहना कि जी अपने जी वॉक होंदी है वो जी तो अपना सैर कह लईए आपां जी बहुत ज़्यादा जरूरी होंदी है अपनी इम्यूनिटी वास्ते जी। अपनी इम्यूनिटी एक लिम्फेटिक सिस्टम की बनी हुई है, जिहड़ा अपना खून है वो जिहड़ा अपना दिल है वो पंप करता है, खून तुरदा है। ठीक है ना जी। आप पे भी रहने खून ये दिल चलता रहता, खून अपना बॉडी के चलता रहता, निसार होता रहता। जिहड़ा लिम्फ है या लिम्फेटिक सिस्टम है जिहदे करके इम्यूनिटी होंदी है, ये उदों ही चलता जो आप चलते हैं, ये वैसे खड़िया होंदा। इस करके तुसीं सैर करो, इम्यूनिटी होर इंक्रीज होंदी जी। ये कुछ गल्लां जिहड़ियां आपां नूं रखणियां चाहिए। फिर नींद 7 तो 8 घंटे की नींद बहुत ज़्यादा जरूरी है जी। स्ट्रैस नहीं रखना, ये 3-4 गल्लां जिहड़ियां हैगियां इहनूं जरूर अपना ध्यान च रखना। डॉक्टर साहब और बहुत जरूरी सवाल जो ਤੁਹਾਡੇ ਨਾਲ ਕਰਨ ਜਾ ਰਹੇ ਹਾਂ, ਕਰੋਨਾ ਵਾਇਰਸ ਨੂੰ ਲੈ ਕੇ ਕਿਤੇ ਨਾ ਕਿਤੇ ਸਾਡੇ ਜਿਹੜੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਵੀ ਜਿਹੜਾ ਸਾਡਾ ਲਹੂ ਜਿਹੜਾ ਚਿੱਟਾ ਹੋ ਗਿਆ, ਹਾਂਜੀ ਸਫੇਦ ਹੋ ਗਿਆ। ਨਿਰਮਲ ਸਿੰਘ ਦੀ ਗੱਲ ਕਰ ਲਈਏ ਜਾਂ ਫਿਰ ਲੁਧਿਆਣੇ ਤੋਂ ਕੇਸ ਆਇਆ ਸੀ ਕਰੋਨਾ ਵਾਇਰਸ ਦੇ ਨਾਲ ਮੌਤ ਹੋਈ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਉਹਨਾਂ ਡੈਡ ਬੋਡੀ ਨੂੰ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਸੀਗਾ। ਇਹਦੇ ਵਿੱਚ ਤੁਸੀਂ ਕੀ ਕਹੋਗੇ ਕਿ ਸਾਨੂੰ ਡਰਨਾ ਚਾਹੀਦਾ ਹੈ ਜੀ? जी ये तुसीं बहुत मैं कहना भी एक समाजिक एक जो मुद्दा ये चक्या जी। देखो ये 2 पक्ष मैं मेरे व्यक्तिगत तौर पर मैंने 2 पक्ष लगते जी।
ਇੱਕ ਤਾਂ ਵੀ ਹਰ ਇੱਕ ਨੂੰ ਆਪਦੀ ਜਾਨ ਪਿਆਰੀ ਹੁੰਦੀ ਜੀ ਦੂਜੀ ਗੱਲ ਹੈ ਇਹ ਤਾਂ ਵਾਇਰਸ ਹੀ ਨੋ ਇਹ ਤਾਂ ਨਵਾਂ ਵਾਇਰਸ ਨਵਾਂ ਇਹਦੇ ਬਾਰੇ ਤਾਂ ਹਲੇ ਸਾਇੰਸਦਾਨਾਂ ਨੂੰ ਨਹੀਂ ਬਾਹਲਾ ਕੁਛ ਪਤਾ ਬਿਲਕੁਲ ਠੀਕ ਹੈ ਜੀ ਫਿਰ ਦੁਨੀਆ ਦੇ ਵਿੱਚ ਥੋੜਾ ਬਹੁਤਾ ਡਰ ਜ਼ਰੂਰ ਆ ਜਾਂਦਾ ਜੀ ਜੀ ਕਿਉਂਕਿ ਪਤਾ ਹੀ ਨਹੀਂ ਇਹਦੇ ਬਾਰੇ ਕਿਵੇਂ ਫੈਲਦਾ ਕਿਵੇਂ ਨਹੀਂ ਪਤਾ ਫਿਰ ਆਪਾਂ ਇਸ ਜਿਹੜੀ ਆਪਣੇ ਭਾਰਤ ਦੇਸ਼ ਹੈ ਇਹਦੇ ਵਿੱਚ ਲੋਕੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੋਏ ਇਹ ਛੇਤੀ ਸ਼ਿਕਾਰ ਹੋ ਜਾਂਦੇ ਨੇ ਜਿਹੜੀਆਂ ਇਹ ਅਫਵਾਹ ਹੁੰਦੀਆਂ ਛੇਤੀ ਸ਼ਿਕਾਰ ਹੋ ਜਾਂਦੇ ਨੇ ਫਿਰ ਜੇ ਤੁਸੀਂ ਕਿਹਾ ਵੀ ਹਾਂ ਵੀ ਰਿਸ਼ਤੇਦਾਰੀ ਹੈ ਉਹਦੇ ਲਈ ਤਾਂ ਆਪਾਂ ਨੂੰ ਚਾਹੀਦਾ ਹੀ ਹੈ ਭਾਵੇਂ ਆਪਾਂ ਮਰਦੇ ਹੋਈਏ ਕਿਹਦੇ ਤੇ ਜਿੰਨੇ ਪਿਆਰ ਹੀ ਜਿਹੜਾ ਆਪਣੇ ਬੰਨ ਕੇ ਰੱਖਦਾ ਇੱਕ ਬੱਚਿਆਂ ਨੇ ਆਪਣੀ ਮਾਂ ਨੂੰ ਅਗਲੀ ਦਿਨ ਤੋਂ ਪਿਆਰ ਕਰਨਾ ਤਾਂ ਕਿੰਨੀ ਮੰਦਭਾਗੀ ਗੱਲ ਬਹੁਤ ਮੰਨਦੇ ਇੱਥੇ ਮੈਂ ਇਹ ਦੱਸੂਗਾ ਕਿ ਪਲੀਜ਼ ਇਹੋ ਜਿਹਾ ਚੀਜ਼ ਨਹੀਂ ਕਰਨੀ ਚਾਹੀਦੀ ਜੋ ਪਿਆਰ ਦੀਆਂ ਤੰਦਾਂ ਆਪਣੇ ਪਰਿਵਾਰਾਂ 'ਚ ਬਣੀਆਂ ਹੋਈਆਂ ਜੀ ਇਹ ਕਰੋਨਾ ਨੂੰ ਨਾ ਤੋੜ ਸਕੇ ਇਹ ਤੁਸੀਂ ਇਹਦੇ ਬਾਰੇ ਜ਼ਰੂਰ ਧਿਆਨ ਦਿਓ ਹੁਣ ਜਿਹੜੇ ਲੋਕੀ ਪੁੱਛਦੇ ਆ ਵੀ ਡੈਡ ਬੋਡੀ ਹੈ ਜੀ ਡੈਡ ਬੋਡੀ ਇਹਦੇ ਕੋਲੇ ਜਾਣਾ ਜੀ ਕਰੋਨਾ ਸਾਨੂੰ ਜੀ ਖਾ ਲੂਗਾ ਜੀ ਉਹ ਕਰ ਲੂਗਾ ਮੈਂ ਇਹ ਦੱਸ ਦੇਣਾ ਚਾਹੁੰਦਾ ਡੈਡ ਬੋਡੀ ਪਹਿਲਾਂ ਹੀ ਮਰੀ ਹੁੰਦੀ ਹੈ ਠੀਕ ਹੈ ਪਹਿਲਾਂ ਹਾਂ ਇਹ ਜ਼ਰੂਰ ਹੈ ਵੀ ਉਹਦੇ ਕਰੋਨਾ ਵਾਇਰਸ ਹੈ ਤਾਂ ਕਰਕੇ ਡੈਡ ਬੋਡੀ ਤਾਂ ਹੀ ਉਹਦੇ ਦੇਹਾਂਤ ਹੋਇਆ ਪਰ ਡੈਡ ਬੋਡੀ ਨਾ ਤਾਂ ਛਿੱਕ ਸਕਦੀ ਹੈ ਜੀ ਨਾ ਖੰਘ ਸਕਦੀ ਨਾ ਥੁੱਕ ਤੁਹਾਡਾ ਉਹਦੇ ਤੇ ਪੈ ਸਕਦੀ ਜੀ ਠੀਕ ਹੈ ਜੀ ਫਿਰ ਦੂਜੀ ਗੱਲ ਹੈ ਜਦੋਂ ਬੰਦਾ ਮਰ ਜਾਂਦਾ ਹੈ ਜੋ ਅੰਦਰਲਾ ਵਾਇਰਸ ਹੁੰਦਾ ਉਹਦੀ ਜੋ ਰੈਪਲੀਕੇਸ਼ਨ ਹੈ ਉਹ ਉਹਦੇ ਤੁਰੰਤ ਹੀ ਮਰ ਜਾਂਦੀ ਹੈ ਠੀਕ ਹੈ ਫਿਰ ਤੀਜੀ ਗੱਲ ਇਹ ਹੈ ਜੋ ਸਰਕਾਰ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਵੀ ਇੱਕ ਡੈਡ ਬੋਡੀ ਨੂੰ ਚੰਗੀ ਤਰ੍ਹਾਂ ਆਪਾਂ ਉਹਨੂੰ ਧੋ ਕੇ ਜਾਂ ਜੋ ਵੀ ਹੈ ਉਹਦੇ ਲਈ ਕੁਝ ਬੰਦੇ ਪੀਪੀਈ ਕਿੱਟਾਂ ਪਾ ਕੇ ਕਰਦੇ ਨੇ ਕੁਝ ਨਿਰਧਾਰਿਤ ਬੰਦੇ ਹੁੰਦੇ ਨੇ ਉਹਨਾਂ ਨੂੰ ਆਪਾਂ ਇੱਕ ਕਵਰ ਦੇ ਵਿੱਚ ਰੱਖ ਕੇ ਉੱਤੋਂ ਦੀ ਜੋ ਆਪਾਂ ਸਮਾਜਿਕ ਤੌਰ ਤੇ ਰਸਮਾਂ ਕਰ ਸਕਦੇ ਆ ਪਰ ਉਹ ਵੀ ਇੱਕ ਬੰਦੇ ਨੂੰ ਲਾਉਣ ਹੁੰਦਾ ਤੇ ਤੁਸੀਂ ਪੀਪੀਈ ਕਿਟਸ ਪਾ ਕੇ ਹਾਂ ਲੋਕੀ ਕੀ ਪੁੱਛਦੇ ਵੀ ਧੂਏ ਦੇ ਵਿੱਚ ਆ ਜੂਗਾ ਜੀ ਨਹੀਂ ਬਿਲਕੁਲ ਨਹੀਂ ਇਹ ਅਫਵਾਹ ਹੈ ਕੋਈ ਧੂਏ ਵਿੱਚ ਨਹੀਂ ਆ ਸਕਦਾ ਡਰਨ ਦੀ ਲੋੜ ਨਹੀਂ ਹੈਗੀ ਅਗਲੀ ਗੱਲ ਹੈਗੀ ਹੈ ਵੀ ਜੇ ਜੋ ਫੁੱਲ ਚੁੱਕਦੇ ਆ ਜੋ ਉਹਦੀਆਂ ਐਸ਼ਿਸ ਹੁੰਦੀਆਂ ਉਹਦੇ ਵਿੱਚ ਆ ਸਕਦਾ ਇਹ ਵੀ ਗਲਤ ਹੈ ਜਿਹਦੀ ਜਦੋਂ ਬੋਡੀ ਨੂੰ ਆਪਾਂ ਅਗਨੀ ਭੇਂਟ ਕਰਦੇ ਆ ਤਾਂ ਜਦੋਂ ਉਹਦਾ ਟੈਂਪਰੇਚਰ ਹੁੰਦਾ ਉਹਦੇ ਤੇ ਤਾਂ ਵਾਇਰਸ ਜਿਉ ਹੀ ਨਹੀਂ ਸਕਦਾ ਉਹ ਬਹੁਤ ਜ਼ਿਆਦਾ ਟੈਂਪਰੇਚਰ ਹੁੰਦਾ ਤੇ ਉਹਦੀ ਰਾਖ ਵਿੱਚ ਕਿੱਥੋਂ ਆ ਜਾਊਗਾ ਹਾਂ ਇਹ ਜ਼ਰੂਰ ਮੈਂ ਕਹੂੰਗਾ ਵੀ ਤੁਸੀਂ ਆਪਦੇ ਵੱਲੋਂ ਪੂਰੀ ਇਹਤਿਆਤ ਵਰਤਣੀ ਚਾਹੀਦੀ ਹੈ ਲੇਕਿਨ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਵੀ ਜਿਹੜੇ ਸਮਾਜਿਕ ਸਾਡੇ ਜਿਹੜੇ ਪਿਆਰ ਦੇ ਤੰਦਾਂ ਟੁੱਟਣੀਆਂ ਨਹੀਂ ਚਾਹੀਦੀਆਂ ਇਸ ਕਰੋਨਾ ਕਰਕੇ ਇਹ ਖਿਆਲ ਜ਼ਰੂਰ ਰੱਖਿਆ ਜਾਏ ਜੀ ਜੀ ਬਿਲਕੁਲ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਦਰਸ਼ਕਾਂ ਨੂੰ ਕਿ ਜੇ ਕੋਈ ਰੱਬ ਨਾ ਕਰੇ ਕਿ ਅਜਿਹੀ ਸਥਿਤੀ ਬਣ ਜਾਂਦੀ ਆ ਤਾਂ ਆਪ ਦੇ ਜਿਹੜੇ ਰਹਿਤੇ ਨਾਤੇ ਨੂੰ ਉਸੇ ਤਰ੍ਹਾਂ ਮਜ਼ਬੂਤ ਰੱਖੋ ਇਸ ਦੀਆਂ ਤੰਦਾਂ ਨੂੰ ਟੁੱਟਣ ਨਾ ਦਿਓ ਜੀ ਡਾਕਟਰ ਸਾਹਿਬ ਇੱਕ ਹੋਰ ਸਾਨੂੰ ਜਿਹੜੀ ਅੱਜ ਖਬਰ ਮਿਲੀ ਸੀ ਕਿ ਪਲਾਜ਼ਮਾ ਥੈਰੇਪੀ ਜਿਹੜੀ ਮਨਜ਼ੂਰੀ ਮਿਲ ਗਈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪਲਾਜ਼ਮਾ ਥੈਰੇਪੀ ਅਸਲ ਵਿੱਚ ਹੈ ਕੀ ਸਾਡੇ ਦਰਸ਼ਕਾਂ ਨੂੰ ਇਹ ਦੱਸਿਆ ਕਿ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਪਲਾਜ਼ਮਾ ਥੈਰੇਪੀ ਕੀ ਹੈ ਜਿਹੜੀ ਪਲਾਜ਼ਮਾ ਥੈਰੇਪੀ ਇਹ ਕੋਈ ਨਵੀਂ ਥੈਰੇਪੀ ਨਹੀਂ ਹੈ ਜੀ ਇਹ ਬਹੁਤ ਦੇਰ ਦੀ ਥੈਰੇਪੀ ਚੱਲੀ ਜਾਂਦੀ 100 ਸਾਲ ਹੋ ਗਏ ਪਲਾਜ਼ਮਾ ਥੈਰੇਪੀ ਅੱਛਾ ਇਹ ਕੀ ਹੁੰਦਾ ਹੈ ਕਿ ਆਪਣੇ ਬੋਡੀ ਦੇ ਵਿੱਚ ਜਦੋਂ ਵੀ ਕੋਈ ਜੀਵਾਣੂ ਜਾਂਦਾ ਉਹਦੇ ਅਗੇਂਸਟ ਸਾਡੀ ਬੋਡੀ ਕੰਮ ਕਰਦੀ ਐਕਟ ਕਰਦੀ ਜੀ ਜਿਹਨੂੰ ਆਪਾਂ ਮੈਡੀਕਲ ਟਰਮ ਦੇ ਵਿੱਚ ਕਹਿ ਸਕਦੇ ਵੀ ਐਂਟੀਬੋਡੀਜ਼ ਬਣਾਉਂਦੀ ਹੈ ਜੀ ਠੀਕ ਹੈ ਉਹ ਐਂਟੀਬੋਡੀਜ਼ ਅੱਗੇ ਜਾ ਕੇ ਉਹ ਜੀਵਾਣੂ ਨਾਲ ਲੜਦੀ ਹੈ ਜੀ ਠੀਕ ਹੈ ਹੁਣ ਇਹ ਪਲਾਜ਼ਮਾ ਥੈਰੇਪੀ ਕੀ ਹੈ ਕਿ ਆਪਾਂ ਬਲੱਡ ਉਹਦਾ ਕੱਢ ਲੈਂਦੇ ਹਾਂ ਉਹ ਸੀਰਮ ਤੋਂ ਆਪਾਂ ਜਿਵੇਂ ਕਿ ਹੁਣ ਕਰੋਨਾ ਵਾਇਰਸ ਵਿੱਚ IgM ਤੇ IgG ਐਂਟੀਬੋਡੀਜ਼ ਦੀ ਗੱਲ ਹੁੰਦੀ ਹੈ ਅਸੀਂ ਉਹ ਸੀਰਮ ਕੱਢ ਲੈਂਦੇ ਹਾਂ ਇੱਕ ਕਰੋਨਾ ਪੋਜ਼ਿਟਿਵ ਇੱਕ ਡੋਨਰ ਹੁੰਦਾ ਉਹਦੇ ਚੋਂ ਅਸੀਂ 800 ml ਇਹ ਕੱਢ ਸਕਦੇ ਹਾਂ ਇੱਕ ਪੇਸ਼ੈਂਟ ਨੂੰ 200 ml ਦੀ ਜ਼ਰੂਰਤ ਪੈਂਦੀ ਹੈ ਮਤਲਬ ਕਿ ਇੱਕ ਡੋਨਰ 4 ਪੇਸ਼ੈਂਟ ਦੀ ਟ੍ਰੀਟਮੈਂਟ ਕਰ ਸਕਦੇ ਫਿਰ ਉਹ ਅਸੀਂ ਐਂਟੀਬੋਡੀਜ਼ ਲੈ ਕੇ ਆਪਾਂ ਜਿਹੜਾ ਆਪਣਾ ਸਸਪੈਕਟਡ ਜਾਂ ਕਰੀ ਪੋਜ਼ਿਟਿਵ ਪੇਸ਼ੈਂਟ ਹੁੰਦਾ ਉਹਦੇ 'ਚ ਆਪਾਂ ਪਾ ਦਿੰਦੇ ਹਾਂ ਤੇ ਉਹ ਜਿਹੜੀਆਂ ਐਂਟੀਬੋਡੀਜ਼ ਪਹਿਲਾਂ ਹੀ ਬਣੀਆਂ ਹੁੰਦੀਆਂ ਉਹ ਵਾਇਰਸ ਦੇ ਅਗੇਂਸਟ ਐਕਟ ਕਰਕੇ ਵਾਇਰਸ ਨੂੰ ਮਾਰ ਦਿੰਦੀਆਂ ਇਹਨੂੰ ਆਪਾਂ ਕਹਿੰਦੇ ਆ ਮੈਡੀਕਲ ਟਰਮ ਦੇ ਵਿੱਚ ਪੈਸਿਵ ਇਮਿਊਨਾਈਜੇਸ਼ਨ ਇੱਕ ਤਾਂ ਹੁੰਦੀ ਐਕਟਿਵ ਮੈਂ ਆਪ ਦੀ ਇਮਿਊਨਿਟੀ ਆਪ ਬਣਾਈ ਹੈ ਇਹ ਪੈਸਿਵ ਹੈ ਵੀ ਇਹ ਐਕਟਿਵਲੀ ਰੋਲ ਨਹੀਂ ਕੀਤਾ ਇਹ ਬਾਹਰੋਂ ਕਿਤੋਂ ਲੈ ਕੇ ਪੈਸਿਵਲੀ ਇਹਨੂੰ ਇਮਿਊਨਾਈਜ਼ ਕੀਤਾ ਹੁਣ ਇਹ ਸਾਊਥ ਕੋਰੀਆ ਦੇ ਵਿੱਚ ਚਾਈਨਾ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਕੇਰਲਾ ਦੇ ਵਿੱਚ ਕਿਤੇ ਦਿੱਲੀ ਦੇ ਵਿੱਚ ਵੀ ਹੈਗੇ ਉੱਥੇ ਯੂਜ਼ ਕੀਤਾ ਗਿਆ ਪਰ ਇਹਦੀ ਪੁਖਤਾ ਸਟੱਡੀ ਹਲੇ ਕੋਈ ਨਹੀਂ ਹੈਗੀ ਆ ਜੇ ਇਹਦੀ ਪੁਖਤਾ ਸਟੱਡੀ ਆਊਗੀ ਤਾਂ ਤੁਹਾਨੂੰ ਪਹਿਲਾਂ ਆਪਾਂ ਦੱਸ ਦਾਂਗੇ ਪੁਖਤਾ ਸਟੱਡੀ ਦਾ ਮਤਲਬ ਇਹ ਕਹਿੰਦਾ ਵੀ 100% ਇਹਦਾ ਇਲਾਜ ਆਪਾਂ ਮੰਨ ਨਹੀਂ ਸਕਦੇ ਵੀ ਇਹ ਪਲਾਜ਼ਮਾ ਥੈਰੇਪੀ 100% ਇਲਾਜ ਹੈ ਵੀ ਇਹਨੂੰ ਲੈ ਕੇ ਕਿਤੇ ਆਪਾਂ ਵੇਸਲੀ ਹੋ ਕੇ ਤੁਰੇ ਫਿਰੀਏ ਵੀ ਪਲਾਜ਼ਮਾ ਥੈਰੇਪੀ ਆ ਗਈ ਹੈ ਤੇ ਇਹ ਤਾਂ ਜੀ ਅਸੀਂ ਲਾ ਕੇ ਜਿਹੜੇ ਤੁਰੇ ਫਿਰਾਂਗੇ ਵੀ ਬਹੁਤ ਸਕਸੈਸਫੁਲ ਕੋਈ ਸਕਸੈਸਫੁਲ ਆਪਾਂ ਮੈਂ ਨਹੀਂ ਕਹਿ ਸਕਦਾ ਅਜੇ ਤੱਕ ਜਿੰਨਾ ਚਿਰ WHO ਪ੍ਰੂਵ ਨਹੀਂ ਕਰ ਹਾਂ ਇਹ ਇੱਕ ਜ਼ਰੀਆ ਹੈ ਜਿਹਦੇ ਨਾਲ ਅਸੀਂ ਕਰੋਨਾ ਦੇ ਖਿਲਾਫ ਲੜ ਸਕਦੇ ਪਰ ਇਹਨੂੰ ਆਪਾਂ ਟੋਟਲੀ ਨਹੀਂ ਲੈ ਸਕਦੇ ਜੀ ਜੀ ਇੱਕ ਡਾਕਟਰ ਸਾਹਿਬ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ
ਕਿ ਗਰਮੀ ਜਿਵੇਂ ਸੂਰਜ ਦੀਆਂ ਕਿਰਨਾਂ ਜਾਂ ਸੂਰਜ ਦੀ ਤਪ ਸੰਬੰਧ ਦੇ ਨਾਲ ਕੀ ਇਹ ਵਾਇਰਸ ਖਤਮ ਹੋਣ ਦਾ ਕੋਈ ਚਾਂਸ ਹੈ? ਜਨਾਬ ਜੀ, ਮੰਨਿਆ ਜਾਂਦਾ ਨਾ। ਇਹ ਅੱਜ ਦਾ ਜੋ ਮੁੱਦਾ ਤੁਸੀਂ ਚੱਕਿਆ, ਜੀ। ਬਹੁਤ ਅੱਛਾ ਕੁਐਸਚਨ ਹੈ ਤੁਹਾਡਾ। ਮੇਰੇ ਦੋਸਤ, ਮੇਰੇ ਮਿੱਤਰ ਅਜ਼ੀਜ਼ ਬਹੁਤ ਨੇ, ਮੇਰੇ ਰਿਲੇਟਿਵਸ ਦੇ ਵਿੱਚ ਵੀ, ਰਿਸ਼ਤੇਦਾਰੀ ਵਿੱਚ ਵੀ ਇਹ ਗੱਲ ਕਰਦੇ ਆ ਕਿ ਵੀ ਗਰਮੀ ਵੱਧ ਗਈ ਹੈ, ਵੀ ਇਹ ਵੀ ਕਰੋਨਾ ਵਾਇਰਸ ਘਟ ਜਾਊਗਾ ਜਾਂ ਕਿਵੇਂ ਹੋ ਜਾਊਗਾ। ਹਾਂ, ਮੈਂ ਇੰਨਾ ਜ਼ਰੂਰ ਕਹਿ ਸਕਦਾ ਵੀ ਜਿਹੜੇ ਗਰਮੀ ਦੇ ਵਿੱਚ ਫਲੂ ਦੇ ਜਾਂ ਵਾਇਰਸ ਥੋੜਾ ਜਿਹਾ ਧੀਮਾ ਜ਼ਰੂਰ ਪੈ ਜਾਂਦਾ, ਇਹ ਮੰਨਣ ਦੀ ਜ਼ਰੂਰਤ ਹੈ। ਕਿਉਂ ਪੈ ਜਾਂਦਾ? ਇੱਕ ਤਾਂ ਹੋ ਗਿਆ ਵੀ ਜਦੋਂ ਆਪਣੀ ਗਰਮੀ ਹੁੰਦੀ ਹੈ, ਆਪਾਂ ਵਾਕ ਕਰਦੇ ਹਾਂ, ਸਰਦੀਆਂ ਦੇ ਵਿੱਚ ਆਪਾਂ ਘਰ ਦੀ ਚਾਰ ਦੀਵਾਰੀ ਦੇ ਵਿੱਚ ਬਹਿ ਕੇ ਰਜਾਈ ਦੇ ਵਿੱਚ ਬਹਿ ਜਾਂਦੇ ਹਾਂ, ਉਹ ਉੱਤੋਂ ਕਰ ਲੈਂਦੇ ਆਪਾਂ ਦਰਵਾਜ਼ੇ ਬੰਦ, ਉਹ ਵੈਂਟੀਲੇਸ਼ਨ ਪਹਿਲਾਂ ਹੀ ਨਹੀਂ ਰਹਿੰਦੀ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਥੋੜਾ ਜਿਹਾ ਤੁਰ ਫਿਰ ਲੈਂਦੇ ਹਾਂ, ਵਾਕ ਹੋ ਗਈ। ਫਿਰ ਆ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਰਹਿੰਦੀਆਂ, ਵਿਟਾਮਿਨ ਡੀ ਮਿਲਦਾ ਰਹਿੰਦਾ। ਫਿਰ ਆਪਾਂ ਪਾਣੀ ਵਾਹਵਾ ਪੀਂਦੇ ਗਰਮੀ ਦੇ ਵਿੱਚ। ਠੀਕ ਹੈ ਜੀ, ਹਾਈਡਰੇਟਡ ਬੋਡੀ ਹਾਈਡਰੇਟ ਰਹਿੰਦੀ। ਹੁਣ ਕਿਹਾ ਵੀ ਜਾਂਦਾ ਹੈ ਕਿ ਜਦੋਂ ਕਰੋਨਾ ਵਾਇਰਸ ਆਪਣੀ ਬੋਡੀ ਨੂੰ ਹਾਈਡਰੇਟ ਵੈਸੇ ਵੀ ਰੱਖਣਾ ਚਾਹੀਦਾ, ਪਾਣੀ ਵੱਧ ਮਾਤਰਾ 'ਚ ਪੀਣਾ ਚਾਹੀਦਾ। ਠੀਕ ਹੈ ਜੀ, ਤੇ ਇਸ ਕਰਕੇ ਜੇ ਇੱਕ ਜ਼ਰੂਰ ਇਹ ਗੱਲ ਹੈਗੀ ਵੀ ਜਿਹੜੀ ਸੂਰਜ ਦੀਆਂ ਕਿਰਨਾਂ ਹੁੰਦੀਆਂ ਉਹਦੇ 'ਚ ਯੂਵੀ ਰੇਡੀਏਸ਼ਨ ਪਾਈ ਜਾਂਦੀ ਹੈ। ਉਹ ਤਿੰਨ ਪ੍ਰਕਾਰ ਦੀ ਹੁੰਦੀ ਹੈ, UVA, UVB ਤੇ UVC। ਜਿਹਦੀ UVC ਹੈ ਉਹ ਬਿਹਤਰੀਨ ਡਿਸਇਨਫੈਕਟੈਂਟ ਦਾ ਰੋਲ ਪਲੇ ਕਰਦਾ। ਹਾਂ, ਜੇ ਕੋਈ ਕਰੋਨਾ ਵਾਇਰਸ ਆਪਾਂ ਕਹਿ ਦਈਏ ਕੋਈ ਸਬਸਟੈਂਸ ਦੇ ਉੱਤੇ ਲੱਗਿਆ ਹੋਵੇ ਤਾਂ ਵਿਟਾਮਿਨ ਜਿਹੜੀ UVC ਹੈ ਉਹਨੂੰ ਡਿਸਇਨਫੈਕਟ ਕਰ ਦੂਗੀ ਉਸ ਵਾਇਰਸ ਨੂੰ। ਪਰ ਇਹ ਮੰਨ ਲੈਣਾ ਕਿ ਜੀ ਆਪਣਾ ਸਰਦੀ ਲੰਘ ਗਈ, ਹੁਣ ਗਰਮੀ ਆ ਗਈ ਹੈ, ਕਰੋਨਾ ਵਾਇਰਸ ਗਿਆ ਤੇ ਸਾਨੂੰ ਪੂਰੀ ਛੁੱਟੀ ਹੈ, ਅਸੀਂ ਦਵੇ ਫਿਰੀਏ, ਇਹ ਨਹੀਂ ਚੀਜ਼ ਕਰਨੀ ਚਾਹੀਦੀ। ਇਹ ਉਵੇਂ ਹੀ ਰਹੂਗਾ। ਹਾਂ, ਇਹਦੀ ਮੈਂ ਥੋੜੀ ਮਿਆਦ ਘਟ ਜੂਗੀ, ਇਹ ਜ਼ਰੂਰ ਮੰਨਣ ਦੀ ਜ਼ਰੂਰਤ ਹੈ, ਰਹੂਗਾ ਜ਼ਰੂਰ। ਇਹ ਨਹੀਂ ਕਹਿ ਕੇ ਕਰਨਾ ਵੀ ਹੁਣ ਤਾਂ ਗਿਆ ਜੀ ਤੇ ਸਾਡਾ ਮਤਲਬ ਇਹਦੇ ਤੋਂ ਖਹਿੜਾ ਛੁੱਟ ਜਾਣਾ। ਦਰਸ਼ਕੋ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਡਾਕਟਰ ਸਾਹਿਬ ਨੇ ਕਿ ਇਹ ਨਾ ਮੰਨੋ ਕਿ ਜੇ ਗਰਮੀ ਵੱਧ ਗਈ ਆ ਤਾਂ ਕਰੋਨਾ ਵਾਇਰਸ ਖਤਮ ਹੋ ਜਾਊਗਾ, ਇਹ ਰਹੇਗਾ ਜ਼ਰੂਰ, ਪਰ ਇਹਦੀ ਜਿਹੜੀ ਕਮਜ਼ੋਰ ਹੋ ਜਾਏਗਾ ਥੋੜਾ ਜਿਹਾ। ਡਾਕਟਰ ਸਾਹਿਬ, ਅੱਗੇ ਗੱਲ ਹੋ ਰਹਾ, ਜਿਵੇਂ ਕਿ ਹੁਣ ਗਰਮੀਆਂ ਸ਼ੁਰੂ ਹੋ ਗਈਆਂ, ਜ਼ਿਆਦਾਤਰ ਆਪਾਂ AC ਯੂਜ਼ ਕਰਦੇ ਹਾਂ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਸਾਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ? AC ਇਹਦੇ ਬਾਰੇ ਕੀ ਕਹੋਗੇ? ਇੱਕ ਪੰਜਾਬ ਸਰਕਾਰ ਵੱਲੋਂ ਲੈਟਰ ਆਈ ਸੀ ਜੀ, ਉਹਦੇ 'ਚ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ। ਤੁਸੀਂ ਉਹਨਾਂ ਦੀ ਸਾਈਟ 'ਤੇ ਵੀ ਜਾ ਸਕਦੇ ਜੀ, ਪੰਜਾਬ ਹੈਲਥ ਗਵਰਨਮੈਂਟ ਦੀ ਸਾਈਟ 'ਤੇ ਵੀ ਜਾ ਸਕਦੇ। ਉਹਨਾਂ ਦੇ ਵਿੱਚ ਦੋ ਪੁਆਇੰਟ ਸੀਗੇ ਜੇ ਆਪਾਂ AC ਜਿਹੜਾ ਯੂਜ਼ ਕਰਦੇ ਹਾਂ, ਉਹ ਜਿਹੜੀ ਵੈਂਟੀਲੇਸ਼ਨ ਹੁੰਦੀ ਹੈ ਉਹ ਘਰ ਜਿਹੜੀ ਕਮਰੇ ਦੀ ਉਹੀ ਹਵਾ ਚੱਕਦਾ, ਉਹੀ ਹਵਾ ਚੱਕ ਕੇ ਉਹਨੂੰ ਹੀ ਠੰਡਾ ਕਰਕੇ ਉਹ 'ਚੋਂ ਜੋ ਤਪਸ਼ ਹੁੰਦੀ ਹੈ ਉਹਨੂੰ ਬਾਹਰ ਪਿੱਛੋਂ ਸਿੱਟਦਾ ਰਹਿੰਦਾ, ਉਹ ਚਾਹੇ ਸਟ੍ਰਿਕਟ ਹੋਵੇ ਚਾਹੇ ਵਿੰਡੋ ਹੋਵੇ। ਹੁਣ ਇਹ ਗੱਲ ਇੱਥੇ ਕਰਦੀ ਹੈ ਵੀ ਆਪਾਂ ਵੈਂਟੀਲੇਸ਼ਨ, ਜੇ ਕੋਈ ਆਪਾਂ ਮੰਨ ਲਓ ਕਿ ਆਪਣਾ ਕਮਰਾ ਬੰਦ ਹੈ, AC ਲੱਗਿਆ ਹੋਇਆ ਹੈ ਤੇ ਆਪਣੇ ਕੋਈ ਕਰੋਨਾ ਪੋਜ਼ਿਟਿਵ ਬੰਦਾ ਆਉਂਦਾ ਜਾਂ ਕੋਈ ਸਸਪੈਕਟਡ ਕੇਸ ਆਉਂਦਾ ਹੈ, ਉਹ ਉੱਥੇ ਛਿੱਕ ਮਾਰਦਾ ਜਾਂ ਕਿਵੇਂ ਆ, ਉਹ ਵੈਂਟੀਲੇਸ਼ਨ ਕ੍ਰੋਸ ਦੇ ਵਿੱਚ ਚੱਲੀ ਜਾਣਾ ਉੱਥੇ। ਠੀਕ ਹੈ ਜੀ, ਹੁਣ ਸਰਕਾਰ ਨੇ ਇਹ ਕਿਹਾ ਵੀ ਜੇ ਤੁਸੀਂ AC ਲਾਉਣਾ ਹੈ ਤਾਂ ਲਾ ਸਕਦੇ ਹੋ, ਠੀਕ ਹੈ, ਪਰ ਤੁਹਾਡੇ ਵੈਂਟੀਲੇਸ਼ਨ ਹੋਣੀ ਚਾਹੀਦੀ। ਕਮਰੇ ਦੀ ਵੈਂਟੀਲੇਸ਼ਨ ਦਾ ਮਤਲਬ ਹੈ ਕਿ ਜਿਹੜਾ ਹਵਾ ਦਾ ਜੋ ਆਉਣ ਜਾਣਾ ਉਹ ਬਣਿਆ ਰਹਿਣਾ ਚਾਹੀਦਾ, ਬਾਹਰਲੀ ਹਵਾ ਅੰਦਰ ਆਉਣੀ ਚਾਹੀਦੀ ਹੈ, ਅੰਦਰਲੀ ਹਵਾ ਬਾਹਰ ਜਾਣੀ ਚਾਹੀਦੀ ਹੈ। ਉਹ ਚੀਜ਼ ਹੋਣੀ ਜ਼ਰੂਰੀ ਹੈ। ਉਹਦੇ ਕਰਕੇ ਉਹਦੇ ਲਈ ਤੁਸੀਂ ਆਪਦੇ, ਜੇ ਤੁਸੀਂ AC ਛੱਡਣਾ ਤਾਂ ਇਹ ਧਿਆਨ ਰੱਖਣਾ ਜਾਂ ਐਗਜ਼ੌਸਟ ਕਿਸੇ ਤਰ੍ਹਾਂ ਦਾ ਛੋਟਾ ਜਿਹਾ ਐਗਜ਼ੌਸਟ ਹੋਣਾ ਚਾਹੀਦਾ ਤਾਂ ਕਿ ਉਹ ਵੈਂਟੀਲੇਸ਼ਨ ਬਣੀ ਰਹੇ। ਫਿਰ ਇਹ ਦੂਜੀ ਗੱਲ ਹੈਗੀ ਹੈ ਵੀ ਜਿਹੜੇ ਆਪਣੇ ਕੁਝ ਵੱਡੇ ਸੰਸਥਾਵਾਂ ਨੇ ਉਹਦੇ ਸੈਂਟਰਲਾਈਜ਼ AC ਲਾਇਆ ਜਾਂਦਾ, ਉਹ ਸੈਂਟਰਲਾਈਜ਼ ਦਾ ਵੀ ਉਹੀ ਕੰਮ ਹੈ। ਪਰ ਇਹ ਦੇਖਣਾ ਕਿ ਜੇ AC ਚਲਾਉਣਾ ਹੈ ਤਾਂ ਉਹਦੇ 'ਚ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ। ਇੱਕ ਹੋਰ ਗੱਲ ਹੈ, ਗੱਡੀ ਦੇ ਵਿੱਚ ਆਪਾਂ AC ਚਲਾਉਂਦੇ ਹਾਂ ਤਾਂ ਉਹਦੇ ਗੱਡੀ ਦੇ ਵਿੱਚ ਇੱਕ ਬਟਨ ਹੁੰਦਾ ਜਿਹੜਾ ਕਿ ਇੰਟਰਨਲ ਸਰਕੂਲੇਸ਼ਨ, ਠੀਕ ਹੈ। ਹੁਣ ਜੇ ਤਾਂ ਤੁਸੀਂ ਇਕੱਲੇ ਬੈਠੇ ਹੋ ਫਿਰ ਤੁਸੀਂ ਇਹ ਲਾ ਸਕਦੇ ਹੋ। ਜੇ ਤੁਹਾਡੇ ਨਾਲ ਹੋਰ ਕੋਈ ਬੰਦਾ ਬਹਿ ਗਿਆ ਚੀਕਾਂ ਮਾਰੀ ਜਾਂਦਾ ਤਾਂ ਉਹ ਕੋਈ ਫਾਇਦਾ ਨਹੀਂ ਹੈਗਾ, ਉਹ ਅੰਦਰ ਹੀ ਸਰਕੂਲੇਸ਼ਨ ਹੋਣੀ ਹੈ। ਇਸ ਕਰਕੇ ਤੁਸੀਂ ਗੱਡੀ ਇਹ ਵੀ ਵੈਂਟੀਲੇਸ਼ਨ ਵਾਲਾ ਸਿਸਟਮ ਨਹੀਂ। ਤੇ ਆਪਾਂ ਇਹ ਦੇਖਣਾ ਵੀ ਜਿਹੜੀ ਹਵਾ ਹੈ ਉਹ ਨਵੀਂ ਆਉਂਦੀ ਰਹੇ, ਬਾਹਰੀ ਹਵਾ ਲੈਣਾ ਜਿਹੜਾ ਜ਼ਰੂਰੀ ਹੈ, ਨਾਲ ਗੱਡੀ ਦਾ ਜਿਹੜਾ ਉਹ ਵੀ ਚੱਲਦਾ ਰਹੇ, ਬਾਹਰੀ ਹਵਾ ਵਿੱਚ ਚੱਲੇ। ਹਾਂਜੀ ਹਾਂਜੀ ਜੀ ਡਾਕਟਰ ਸਾਹਿਬ, ਇੱਕ ਗੱਲ ਹੋਰ ਆ, ਆਪਾਂ ਬਾਹਰੋਂ ਖਾਣਾ ਪਾ ਕੇ ਖਾਂਦੇ ਹਾਂ, ਉਹਦੇ ਵਿੱਚ ਕੀ ਕਹਾਂਗੇ ਕਿ ਸਾਨੂੰ ਬਾਹਰ ਤੋਂ ਖਾਣਾ ਜਿਹੜਾ ਮੰਗਾ ਕੇ ਖਾਣਾ ਚਾਹੀਦਾ, ਉਹਦੇ ਨਾਲ ਸਾਡੇ ਅੰਦਰ ਕੋਈ ਸਿਸਟਮ ਜਾਂ ਕੋਈ ਸਾਡੇ ਅੰਦਰ ਖਤਰਾ ਤਾਂ ਨਹੀਂ ਪੈਦਾ ਹੁੰਦਾ? ਕਿਸ ਤਰ੍ਹਾਂ ਦਾ ਖਾਣਾ ਬਾਹਰੋਂ ਮੰਗਾਈਏ ਜਾਂ ਨਾ ਮੰਗਾਈਏ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਇੱਕ ਤਾਂ ਇਹੀ ਹੁਣ ਆਪਾਂ ਲੋਕਡਾਊਨ ਹੋ ਚੁੱਕੇ ਜੀ, ਆਪਾਂ ਘਰਾਂ 'ਚ ਬੈਠੇ ਜੀ, ਕੁਛ ਮੰਦਭਾਗੇ ਵੀਰ ਜਿਹੜੇ ਮੇਰੇ ਆਪਾਂ ਕਹਿ ਦਈਏ ਇਸ ਗਰੁੱਪ ਦੇ ਵਿੱਚ ਆ ਗਏ, ਉਹਨਾਂ ਦੇ ਘਰੇ ਤਾਂ ਰੋਟੀ ਨਹੀਂ ਬਣਦੀ ਜੀ। ਕੁਛ ਆਪਣੇ ਵਰਗੇ ਬੇਵਕੂਫ ਹੈਗੇ ਆ ਜਿਹੜੇ ਕਹਿੰਦੇ ਅਸੀਂ ਬਾਹਰੋਂ ਖਾਣਾ ਜੀ। ਬਿਲਕੁਲ, ਠੀਕ ਹੈ ਜੀ। ਇਹ ਤਿੰਨ ਟਾਈਪ ਦੇ ਫੂਡ ਹੁੰਦੇ ਆ ਜੀ, ਠੀਕ ਹੈ ਜੀ। ਵੈਸੇ ਇਹ ਲੋਕਡਾਊਨ ਹੈਗੇ, ਜਿਵੇਂ ਆਪਾਂ ਕਹਿ ਲਈਏ, ਇਹ ਬਹੁਤ ਨੋਟ ਕਰਨ ਵਾਲੀ ਗੱਲ ਹੈ ਕਿ ਆਪਣਾ ਪ੍ਰੋਸੈਸਡ ਫੂਡ ਬਹੁਤ ਖਾਣਾ ਆਦੀ ਹੋ ਜਾਂਦੇ, ਵਿਹਲੇ ਬੈਠੇ ਆ, ਸ਼ੂਗਰੀ ਇਨਟੇਕ ਜ਼ਿਆਦਾ ਲੈ ਲੈਂਦੇ ਆ ਜੀ, ਕੋਲਡ ਡਰਿੰਕ ਪੀ ਲਿਆ, ਫਰਾਈਡ ਚੀਜ਼ਾਂ ਖਾ ਲਈਆਂ।
ਇਹ ਸਗੋਂ ਕਰੋਨਾ ਤੋਂ ਬਚਾਵੇ ਨਾ ਬਚਾਵੇ, ਇਹਨੇ ਮੈਟਾਬੋਲਿਕ ਡਿਸੀਜ਼ ਜ਼ਰੂਰ ਕਰ ਦੇਣਾ। ਮੈਟਾਬੋਲਿਕ ਦਾ ਮਤਲਬ ਹੈ ਵੀ ਮੋਟਾਪਾ ਕਰ ਦੇਣਾ, ਹੋਰ ਬਿਮਾਰੀਆਂ ਦਾ ਇਹਨੇ ਸੱਦਾ ਦੇਣਾ। ਠੀਕ ਹੈ ਜੀ। ਹੁਣ ਇਹਦੇ 'ਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਕਿਹਾ ਵੀ ਬਾਹਰੋਂ ਪ੍ਰੋਸੈਸਡ ਫੂਡ ਹੈ, ਤਿੰਨ ਟਾਈਪ ਦੇ ਫੂਡ ਹੁੰਦੇ ਆ। ਇੱਕ ਹੁੰਦਾ ਲਿਵਿੰਗ ਫੂਡ, ਇੱਕ ਹੁੰਦਾ ਮਿਡਲ, ਇੱਕ ਹੁੰਦਾ ਡੈਡ ਫੂਡ। ਲਿਵਿੰਗ ਫੂਡ ਹੁੰਦਾ ਜਿਹੜਾ ਕਿ ਅਸੀਂ ਨੇਚਰ ਤੋਂ ਲੈਂਦੇ ਹਾਂ, ਜਿਵੇਂ ਕਿ ਮੂਲੀ ਹੋ ਗਈ, ਸਲਾਦ ਹੋ ਗਿਆ, ਠੀਕ ਹੈ ਜੀ, ਫਰੂਟਸ ਹੋ ਗਏ। ਇਹ ਨੈਚੁਰਲ, ਆਪਾਂ ਇਹਨਾਂ ਨੂੰ ਕੁਛ ਨਹੀਂ ਕਰਦੇ। ਆਪਾਂ ਸੇਬ ਕੱਢਿਆ ਜਾਂ ਅੰਬ ਕੱਢਿਆ, ਆਪਾਂ ਖਾ ਲਿਆ, ਅਮਰੂਦ ਕੱਢਿਆ ਖਾ ਲਿਆ। ਦੂਜਾ ਮੋਡਰੇਟ, ਜਿਹੜੇ ਕਿ ਡਰਾਈ ਫਰੂਟਸ ਹੋ ਗਏ, ਠੀਕ ਹੈ, ਇਹ ਵੀ ਨੈਚੁਰਲ। ਡੈਡ ਫੂਡ ਹੁੰਦੇ ਜਿਹੜੇ ਕਿ ਅਸੀਂ ਘਰੇ ਬਣਾਉਂਦੇ ਹਾਂ, ਜਲੇਬੀ ਬਣਾ ਲਈ, ਆਪਣੇ ਗੁਲਾਬ ਜਾਮੁਨ ਹੋ ਗਏ, ਅਸੀਂ ਉਹ ਕਰ ਲਿਆ ਜੀ, ਉਹ ਕਰ ਲਿਆ। ਉਹ ਚੀਜ਼ਾਂ ਡੈਡ ਫੂਡ ਨਹੀਂ ਖਾਣਾ ਇਸ ਵੇਲੇ। ਹੁਣ ਤੁਸੀਂ ਕਿਹਾ ਵੀ ਲੋਕੀ ਬਾਹਰੋਂ ਸਾਦੇ ਆ, ਜੇ ਤੁਸੀਂ ਪਹਿਲਾਂ ਤਾਂ ਹੈਗਾ ਵੀ ਨਹੀਂ ਖਾਣਾ, ਘਰ ਦਾ ਫਰੈਸ਼ ਬਣਾ ਕੇ ਖਾਣਾ ਹੈਗਾ। ਜੇ ਤੁਸੀਂ ਬਾਹਰੋਂ ਲਿਆਉਣਾ ਤਾਂ ਉਹਦੇ ਵਿੱਚ ਮੈਂ ਦੱਸ ਦਿੰਦਾ, ਇਹ ਵੀ ਕੋਈ ਗੱਲ ਨਹੀਂ, ਜੇ ਤੁਸੀਂ ਖਾਣਾ ਪਰ ਉਹਦੇ ਪਿੱਛੇ ਵੀ ਇਹ ਹੈਗਾ। ਲੋਕੀ ਕਹਿੰਦੇ ਵੀ ਵਧੀਆ ਬਣਾਇਆ ਜੀ, ਪਹਿਲਾਂ ਤਾਂ ਉਹ ਰੈਸਟੋਰੈਂਟ ਜਿਹਦੇ 'ਚ ਤੁਸੀਂ ਮੰਗਾਉਂਦੇ ਹੋ ਉਹਦੇ ਹਾਈਜੈਨਿਕ ਕੰਡੀਸ਼ਨਸ ਚੰਗੀਆਂ ਹੋਣੀਆਂ ਚਾਹੀਦੀਆਂ। ਦੂਜੀ ਗੱਲ ਹੈ ਵੀ ਇਹ ਜਿਹੜਾ ਪੈਕ, ਇਹ ਤਾਂ ਹੈ ਨਹੀਂ ਬਣਾ ਕੇ ਤੇ ਉਹ ਬਸ ਤੁਹਾਡੇ ਕੋਲੇ ਥੋੜੀ ਪਲੇਟ ਤੇ ਘਰਦਾ, ਉਹ ਪੈਕਿੰਗ ਹੋਣੀ ਆ। ਪੈਕਿੰਗ 4 ਬੰਦੇ ਦੇ ਹੱਥੋਂ ਨਿਕਲਣੀ ਆ, ਉਹ ਛੇਤੋਂ ਹੀ ਮਾਰ ਸਕਦਾ ਹੈ, ਉਹਦੇ ਉੱਤੇ ਜੀਵਾਣੂ ਵੀ ਰਹਿ ਸਕਦਾ ਹੈ। ਫਿਰ ਉਹ ਆਪਣੇ ਕੋਲ ਆਊਗਾ, ਜਦੋਂ ਆਪਾਂ ਉਹਦੇ ਕੋਲ ਆਉਂਦੇ ਆਪਣਾ ਕੰਟੈਕਟ ਹੋ ਜਾਂਦਾ, ਜਿਹੜਾ ਫਿਜ਼ੀਕਲ ਡਿਸਟੈਂਸਿੰਗ ਦਾ ਜਿਹੜਾ ਨੋਰਮ ਹੈ ਉਹ ਟੁੱਟ ਜਾਂਦਾ। ਇਸ ਕਰਕੇ ਮੇਰਾ ਇਹੀ ਰਾਏ ਹੈ ਸਾਰੇ ਦਰਸ਼ਕਾਂ ਨੂੰ ਵੀ ਤੁਸੀਂ ਇਹ ਚੀਜ਼ ਨਾ ਕਰੋ। ਘਰੇ ਏਡੇ ਵਧੀਆ ਦਾਲਾਂ ਤੁਹਾਡੇ ਕੋਲ ਹੈਗੀਆਂ, ਸਬਜ਼ੀਆਂ, ਸਲਾਦ ਹੈਗੇ, ਤੁਸੀਂ ਉਹਨਾਂ ਨੂੰ ਪ੍ਰੈਫਰ ਕਰੋ। ਲਿਵਿੰਗ ਫੂਡ ਨੂੰ ਪ੍ਰੈਫਰ ਕਰੋ, ਡੈਡ ਫੂਡ ਨੂੰ ਨਾ ਕਰੋ। ਜੀ ਜੀ ਡਾਕਟਰ ਸਾਹਿਬ, ਰੱਬ ਨਾ ਕਰੇ ਕਦੇ ਕਿਸੇ ਨੂੰ ਕਰੋਨਾ ਪੋਜ਼ਿਟਿਵ ਆ ਜਾਂਦਾ ਤਾਂ ਉਹਨੂੰ ਇਲਾਜ ਲਈ ਲਿਜਾਇਆ ਜਾਂਦਾ। ਉਸ ਸਥਿਤੀ ਦੇ ਵਿੱਚ ਉਸ ਪੇਸ਼ੈਂਟ ਨੂੰ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਰਹਿਣਾ ਚਾਹੀਦਾ, ਇਹਦੇ ਬਾਰੇ ਜ਼ਰੂਰ ਸੁਝਾਅ ਦਿੱਤਾ ਜਾਵੇ। ਕਈ ਪੇਸ਼ੈਂਟ ਆ ਜਾਂਦੇ ਜਦੋਂ ਸਾਨੂੰ ਪਤਾ ਲੱਗਾ ਤਾਂ ਉਹ ਆਪਣੇ ਆਪ ਨੂੰ ਜਿਹੜਾ ਹੋਸ਼ ਗਵਾ ਬੈਠਦੇ ਆ ਤੇ ਆਪਣਾ ਫਿਰ ਵੀ ਥੈਰੇਪੀ ਛੱਡ ਜਾਂਦੇ ਆ ਕਿ ਪਤਾ ਨਹੀਂ ਸਾਨੂੰ ਕਰੋਨਾ ਹੋ ਗਿਆ, ਹੁਣ ਪਤਾ ਕੀ ਹੋ ਜਾਊਗਾ। ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਕਿਸ ਤਰ੍ਹਾਂ ਨੂੰ ਰਹਿਣਾ ਚਾਹੀਦਾ? ਇਹਦੇ 'ਚ ਦੋ ਗੱਲਾਂ ਜੀ। ਜੇ ਕਿਸੇ ਨੂੰ ਕਰੋਨਾ ਪੋਜ਼ਿਟਿਵ ਵੀ ਆਉਂਦਾ ਹੈ, ਪਹਿਲਾਂ ਤਾਂ ਉਹ ਸਰਕਾਰ ਦੀ ਦੇਖ 'ਚ ਵੀ ਪਤਾ ਲੱਗੂਗਾ ਵੀ ਇਹ ਕਰੋਨਾ ਪੋਜ਼ਿਟਿਵ ਹੈ, ਪਹਿਲੀ ਗੱਲ ਤਾਂ ਇਹ, ਠੀਕ ਹੈ। ਫਿਰ ਸਰਕਾਰ ਨੇ ਟ੍ਰੀਟਮੈਂਟ ਉਹਦੀ ਸ਼ੁਰੂ ਕਰ ਦਿੰਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਜਗਰਾਜ ਜੀ ਵੀ ਇਹ ਸਿੰਪਟੋਮੈਟਿਕ ਬਿਨਾਂ ਲੱਛਣ ਤੋਂ ਵੀ ਹੁੰਦਾ ਤੇ ਲੱਛਣ ਦੇ ਨਾਲ ਵੀ ਹੁੰਦਾ। ਇਹ ਸਰਕਾਰ ਦੀਆਂ ਜੋ ਗਾਈਡਲਾਈਨਸ ਨੇ ਉਹਦੇ ਅਕੋਰਡਿੰਗਲੀ ਆਪਾਂ ਨੂੰ ਚੱਲਣਾ ਚਾਹੀਦਾ। ਜਿਹੜੀਆਂ ਟ੍ਰੀਟਮੈਂਟ ਮੈਂ ਤੁਹਾਨੂੰ ਦੱਸ ਦਿੰਦਾ, ਇਹ ਟ੍ਰੀਟਮੈਂਟ ਕਿਹੜੀਆਂ ਵੀ ਜੇ ਤਾਂ ਕੋਈ ਆਮ ਮਤਲਬ ਮਾਈਲਡ ਜਿਹੇ ਸਿੰਪਟਮ ਹੈ ਉਹਦੇ 'ਚ ਅਸੀਂ ਵੈਸੇ ਤਾਂ ਮੈਂ ਇਹ ਸ਼ੁਰੂ 'ਚ ਹੀ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਕਿਸੇ ਵੀ ਦਵਾਈ ਦਾ ਜੇ ਤੁਸੀਂ ਸੇਵਨ ਕਰਨਾ ਹੈਗਾ ਤਾਂ ਜ਼ਰੂਰ ਕਿਸੇ ਡਾਕਟਰ ਕੋਲੋਂ ਇਹਦਾ ਮਸ਼ਵਰਾ ਜ਼ਰੂਰ ਲੈਣਾ ਚਾਹੀਦਾ, ਜਾਂ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ਰੂਰ ਇਹਦੇ ਬਾਰੇ ਤੁਸੀਂ ਪ੍ਰਸਕ੍ਰਿਪਸ਼ਨ ਲਿਖਾਉਣੀ ਚਾਹੀਦੀ ਹੈ। ਜੋ ਹੁਣ ਗਤੀਵਿਧੀਆਂ ਹੈਗੀਆਂ ਆਪਣੇ ਟ੍ਰੀਟਮੈਂਟ ਦੀਆਂ ਉਹਦੇ ਵਿੱਚ ਅਸੀਂ ਜਲਦੀ ਦਿੰਦੇ ਪਏ ਹਾਂ। ਜੇ ਆਮ ਬੁਖਾਰ ਹੋਵੇ ਤਾਂ ਤੁਸੀਂ ਪੈਰਾਸੀਟਾਮੋਲ ਲੈ ਸਕਦੇ ਹੋ, ਠੀਕ ਹੈ ਜੀ, ਜਾਂ ਸਿਟਰੀਨ ਹੋ ਗਈ ਉਹ ਤੁਸੀਂ ਲੈ ਸਕਦੇ ਹੋ, ਐਂਟੀਹਿਸਟਾਮਿਨਿਕਸ ਲੈ ਸਕਦੇ ਹੋ, ਠੀਕ ਹੈ ਜੀ। ਜਿਹੜੀਆਂ ਹੁਣ ਇਹ ਤੋਂ ਉੱਤੇ ਵਾਲੀਆਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਹੁੰਦੀਆਂ ਜਿਹੜੀਆਂ ਕਿ ਥੋੜੀ ਜਿਹੀ ਸਵੀਅਰ ਕੇਸਿਸ ਜੇ ਆ ਗਏ ਉਹਨਾਂ ਵਾਸਤੇ, ਠੀਕ ਹੈ। ਉਹਦੇ ਵਿੱਚ ਇਹ ਹੁੰਦਾ ਵੀ ਜੇ ਤਾਂ ਹਸਪੀਟਲ ਦੇ ਵਿੱਚ ਬੰਦਾ ਹੈਗਾ ਉਹਨੂੰ ਅਸੀਂ ਜਿੱਥੋਂ ਐਂਟੀਬਾਇਓਟਿਕ ਮੈਡੀਕੇਸ਼ਨ ਦਿੰਦੇ ਹਾਂ, ਜਿੱਥੋਂ ਅਸੀਂ ਅਮੋਕਸੀਕਲੇਵ ਦੀ ਹੁੰਦੀ ਹੈਗੀ ਆ, ਜਾਂ ਹੁਣ ਐਂਟੀਵਾਇਰਲ ਡਰੱਗਸ ਨੇ। ਰਾਜਸਥਾਨ ਦੇ ਵਿੱਚ HIV ਦੇ ਡਰੱਗਸ ਦੇ ਨਾਲ ਟ੍ਰੀਟ ਕੀਤਾ ਬੰਦਾ, ਲੋਪੀਨਾਵੀਰ ਤੇ ਰਿਟਨੋਵੀਰ ਦੇ ਨਾਲ ਉਹਨੂੰ ਟ੍ਰੀਟ ਕੀਤਾ ਹੈਗਾ। ਤੇ ਜਿਵੇਂ ਓਸਟੈਲਟਾਵੀਰ ਇੱਕ ਇਹੀ ਹੈਗੀ ਆ, ਓਸੈਲਟਾਵੀਰ ਇੱਕ ਮੈਡੀਸਿਨ ਹੈਗੀ ਜਿਹੜੀ ਕਿ ਇਨਫਲੂਐਂਜ਼ਾ ਕਰਕੇ ਬਣੀ ਸੀ, ਉਹ ਵੀ ਇਹਦੇ ਕਰਕੇ ਯੂਜ਼ ਹੁੰਦੀ ਹੈ। ਹੁਣ ਇਹ ਕਈ ਮੇਰੀ ਇੱਕ ਹੋਰ ਗੱਲ ਹੈ, ਕਈ ਪੇਸ਼ੈਂਟ ਮੇਰੇ ਕੋਲ ਆਉਂਦੇ ਨੇ, ਉਹ ਕਹਿੰਦੇ ਵੀ ਇੱਕ ਹਾਈਡਰੋਕਸੀਕਲੋਰੋਕੁਈਨ ਆਈ ਹੈ, ਠੀਕ ਹੈ ਜੀ। ਉਹਦੇ ਬਾਰੇ ਉਹ ਕਹਿੰਦੇ ਵੀ ਇਹ ਸਾਨੂੰ ਪਤਾ ਲੱਗਾ ਵੀ ਇਹਦਾ ਰੋਗ ਇਹ ਮਤਲਬ ਇਹ ਖਤਮ ਕਰ ਦਿੰਦਾ। ਦੇਖੋ ਜੀ, ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਹਾਈਡਰੋਕਸੀਕਲੋਰੋਕੁਈਨ ਹੈ ਨਾ, ਇਹ ਬਹੁਤ ਘਾਤਕ, ਇਹ ਮਤਲਬ ਇਹ ਡੇਂਜਰਸ ਸ਼ਡਿਊਲ ਐਕਟਿਵ ਡਰੱਗ ਹੈ। ਇਹ ਡੇਂਜਰਸ ਡਰੱਗ ਹੈ, ਇਹ ਐਵੇਂ ਨਹੀਂ ਲੈਣਾ। ਇਹ ਸਿਰਫ ਸਰਕਾਰ ਨੇ ਇੱਕ ਤਾਂ ਹੈਲਥ ਕੇਅਰ ਵਰਕਰ ਉਹਨਾਂ ਲਈ ਨਿਰਧਾਰਿਤ ਕੀਤੀ ਹੈ, ਜਾਂ ਜਿਹੜੇ ਕਨਫਰਮਡ ਕੋਵਿਡ ਪੋਜ਼ਿਟਿਵ ਆ ਉਹਨਾਂ ਲਈ ਕੀਤੀ ਹੈ, ਜਾਂ ਕੋਈ ਇਹੋ ਜਿਹੇ ਬੰਦੇ ਜਿਹੜੇ ਕਿ ਕਨਫਰਮਡ ਜਿਹੜੇ ਇਹ ਕੋਵਿਡ ਪੋਜ਼ਿਟਿਵ ਪੇਸ਼ੈਂਟ ਦੇ ਨਾਲ ਰਹਿੰਦੇ ਆ ਉਹਨਾਂ ਵਾਸਤੇ ਕੀਤੀ ਹੈ। ਇਹਦੇ ਨਤੀਜੇ ਭਿਆਨਕ ਹੁੰਦੇ ਆ, ਇਹਦੇ ਸਾਈਡ ਇਫੈਕਟ ਬਹੁਤ ਹੁੰਦੇ ਆ। ਸਾਈਡ ਇਫੈਕਟਾਂ ਦੇ ਵਿੱਚ ਇਹਦੇ ਆਪਣੇ ਜਿਹੜੇ ਦਿਲ ਦੇ ਰੋਗ ਆ ਜਾਂਦੇ, ਕਾਰਡੀਓਮਾਇਓਪੈਥੀ ਹੁੰਦੀ ਹੈ, ਰੈਟੀਨੋਪੈਥੀ ਆ ਜਾਂਦੀ ਹੈ, ਢਿੱਡ ਦੇ ਰੋਗ ਆ ਜਾਂਦੇ, ਗੈਸਟ੍ਰਾਈਟਿਸ ਹੋ ਜਾਂਦਾ, ਹੈਪੇਟਾਈਟਿਸ ਹੋ ਜਾਂਦਾ। ਸੋ ਇਹ ਚੀਜ਼ਾਂ ਐਵੇਂ ਨਹੀਂ ਲੈਣੀਆਂ, ਕੋਈ ਵੀ ਦਵਾਈ ਬਿਨਾਂ ਡਾਕਟਰੀ ਸਲਾਹ ਤੋਂ ਨਹੀਂ ਲੈਣੀ। ਫਿਰ ਇੱਕ ਕੱਲ੍ਹ ਦੀ ਹੀ ਗੱਲ ਹੈ, ਇੱਕ USA ਦੀ ਗਿਲੀਅਡ ਕੰਪਨੀ ਹੈਗੀ ਹੈ ਜਿਹਨੇ ਇੱਕ ਡਰੱਗ
ਅਪਰੂਵਡ ਹੋਇਆ ਅੱਜ ਇੱਕ ਹੈਗਾ ਉਹ ਡਰਗ ਇਬੋਲਾ ਲਈ ਯੂਜ਼ ਕੀਤਾ ਸੀ, ਠੀਕ ਹੈ। ਤੇ ਉਹ ਜਿਹੜਾ ਡਰਗ ਹੈਗਾ ਉਹਦੇ ਬਾਰੇ ਇਹ ਕਿਹਾ ਗਿਆ ਵੀ ਜਿਹੜਾ RNA ਜਿਹੜਾ ਇਹ ਵਾਇਰਸ ਦਾ RNA ਹੈਗਾ ਪੋਲੀਮਰੇਜ਼ ਹੁੰਦਾ ਉਹਦੇ ਅਗੇਂਸਟ ਇਹ ਕੰਮ ਕਰਦੀ ਹੈ, ਜਿਹਨੂੰ ਆਪਾਂ ਰੈਮਡੈਸਿਵਿਰ ਵੀ ਕਹਿੰਦੇ ਆ। ਉਹ ਇਸ ਕੋਈ ਆਪਾਂ ਯੂਜ਼ ਕਰ ਸਕਦੇ, ਇਹ ਹੁਣ ਸਰਕਾਰ ਤੇ ਡਿਪੈਂਡ ਕਰਦਾ ਕਿ ਉਹ ਡਰਗ ਨੂੰ ਕਿਸ ਤਰ੍ਹਾਂ ਯੂਜ਼ ਕਰਦੀ ਜਾਂ ਪ੍ਰੋਟੋਕੋਲ ਦੇ ਵਿੱਚ ਇਨਕਲੂਡ ਕਰਦੀ ਹੈ ਕਿ ਨਹੀਂ ਕਰਦੀ। ਫਿਰ ਲਾਸਟ ਤਾਂ ਹੈਗਾ ਜੀ ਵੈਕਸੀਨ, ਠੀਕ ਹੈ ਜੀ। ਵੈਕਸੀਨ ਆਊਗੀ ਤਾਂ ਆਪਾਂ ਨੂੰ ਇਸ ਤੋਂ ਛੁਟਕਾਰਾ ਮਿਲ ਸਕਦਾ, ਜਾਂ ਨੈਚੁਰਲੀ ਆਪਾਂ ਨੂੰ ਜੋ ਹਾਰਡ ਕਮਿਊਨਿਟੀ ਆਪਾਂ ਕੰਟੇਨ ਕਰ ਲਾਂਗੇ। ਵੈਕਸੀਨ ਅੱਜ ਤੱਕ ਇੱਕ ਤਾਂ ਆਪਣੇ ਪੂਨੇ ਦੀ ਜਿਹੜੀ ਲੈਬ ਹੈਗੀ ਹੈ ਉਹਨੇ ਇੱਕ ਵੈਕਸੀਨ ਦਿੱਤੀ ਹੈਗੀ, ਇੱਕ UK ਦੀ ਜੈਨਰ ਇੰਸਟੀਚਿਊਟ ਹੈਗਾ ਆਕਸਫੋਰਡ ਯੂਨੀਵਰਸਿਟੀ ਦਾ, ਉਹਨੇ ਵੈਕਸੀਨ ਇਤਿਆਰ ਕੀਤੀ ਜਿਹੜੀ ਕਿ ਲੀਡਿੰਗ ਵੈਕਸੀਨ ਦੀ ਗੱਲ ਕਰਦਾ। ਵੈਸੇ ਤਾਂ 100 ਤੋਂ ਵੱਧ ਕੰਪਨੀਆਂ ਰੋਲ ਪਲੇ ਕਰ ਰਹੀਆਂ। ਅੱਜ ਦੀ ਹੈਗੀ ਆ ਮੋਂਟੇਰਾ ਤੇ ਲੈਂਜ਼ੋ ਕੰਪਨੀਆਂ ਜਿਹੜੀਆਂ USA ਦੀਆਂ, ਇਹ mRNA ਬੇਸਡ ਵੈਕਸੀਨ ਇਹਨਾਂ ਨੇ ਵੀ ਇਤਿਆਰ ਕੀਤੀ ਹੈ, ਜਿਹੜੀ ਕਿ FDA ਹਲੇ ਅਪਰੂਵਲ ਦੇਊਗੀ ਕਿ ਨਹੀਂ ਦੇਊਗੀ ਉਹ ਬਾਅਦ ਦੀ ਗੱਲ ਹੈ। ਜੀ ਡਾਕਟਰ ਸਾਹਿਬ, ਇੱਕ ਅੰਤ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਕਿਸ ਤਰ੍ਹਾਂ ਡੇਲੀ ਦੀ ਰੂਟੀਨ ਵਿੱਚ ਕਿਸ ਤਰ੍ਹਾਂ ਰਹਿਣਾ, ਕਰੋਨਾ ਵਾਇਰਸ ਤੋਂ ਕਿਸ ਤਰ੍ਹਾਂ ਬਚਣਾ? ਜੀ ਇਹਦੇ ਬਾਰੇ ਜ਼ਰੂਰ ਦੱਸੋ। ਦੇਖੋ, ਪਹਿਲਾਂ ਤਾਂ ਇਹ ਗੱਲ ਹੈ ਜੀ ਇਸ ਤੋਂ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਇਹ ਪਹਿਲੀ ਗੱਲ ਹੈ, ਠੀਕ ਹੈ। ਕਿਉਂਕਿ ਮੈਂ ਇਹ ਦੇਖਿਆ ਕਿ ਜਿਹੜੇ ਆਪਣੇ ਆਮ ਜਨਤਾ ਨੇ ਲੋਕੀ ਨੇ ਉਹ ਕੀ ਕਰਦੇ ਨੇ, ਉਹਨਾਂ ਦੇ ਵਿੱਚ ਇਹ ਪਹਿਲਾਂ ਹੀ ਇੱਕ ਡਰ ਇੱਕ ਖੌਫ ਪੈ ਗਿਆ ਕਿ ਇਹ ਪਤਾ ਨਹੀਂ ਕੀ ਹੈ ਕੀ ਨਹੀਂ ਹੈਗਾ। ਦੇਖੋ, ਆਪਾਂ ਨੂੰ ਡਰਨਾ ਨਹੀਂ ਚਾਹੀਦਾ, ਆਪਾਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਜਿੰਨੇ ਵੀ ਹੁਣ ਇੱਥੇ ਜਿਵੇਂ ਤੁਸੀਂ ਹੋ ਗਏ ਹੈ ਨਾ, ਆਪਣਾ ਪੱਤਰਕਾਰ ਭਾਈਚਾਰਾ ਹੋ ਗਿਆ, ਡਾਕਟਰਸ ਹੋ ਗਏ, ਜੋ ਪੈਰਾਮੈਡੀਕਲ ਸਟਾਫ ਹੋ ਗਿਆ, ਨਰਸਿਸ ਹੋ ਗਈਆਂ, ਪੁਲਿਸ ਪਰਸਨਲਸ ਹੋ ਗਏ, ਸੈਨੀਟੇਸ਼ਨ ਜਿਹੜੇ ਕਰਦੇ ਸੈਨੀਟੇਸ਼ਨ ਵਰਕਰਸ, ਇਹ ਜੇ ਡਰ ਕੇ ਡਰ ਜਾਂਦੇ ਤਾਂ ਅਸੀਂ ਘਰੇ ਬਹਿ ਜਾਂਦੇ। ਇਸ ਕਰਕੇ ਡਰਨਾ ਨਹੀਂ ਚਾਹੀਦਾ। ਜਿਹੜੇ ਡਰਨ ਦੇ ਨਾਲ ਤਾਂ ਸਟ੍ਰੈਸ ਹੋਰ ਵੱਧਦੀ ਹੈ। ਤੁਸੀਂ ਘਰੇ ਬੈਠੇ ਹੋ, ਤੁਸੀਂ ਆਪਦੀ ਫੈਮਿਲੀ ਦੇ ਨਾਲ ਟਾਈਮ ਇੰਜੋਏ ਕਰੋ। ਇੱਕ ਗੱਲ ਇਹ ਜ਼ਰੂਰ ਦੱਸਣਾ ਚਾਹੁੰਦਾ, ਜ਼ਰੂਰ ਕੁਝ ਸਟ੍ਰੈਸ ਹੁੰਦੀ ਹੈ, ਬੰਦਿਆਂ ਦੇ ਬਿਜ਼ਨਸ ਖੜ ਗਏ ਨੇ, ਕੁਝ ਗੱਲਾਂ ਹੋਈਆਂ, ਪਰ ਇਹ ਗੱਲ ਮੰਨਣ ਦੀ ਜ਼ਰੂਰਤ ਹੈ ਇਹ ਤੁਹਾਡੇ ਇਕੱਲੇ ਨਾਲ ਨਹੀਂ ਹੋਇਆ ਜੀ ਸਾਹਿਬ, ਇਹ ਤਾਂ ਸਾਰਾ ਵਿਸ਼ਵ ਇਸ ਕਰੋਪੀ ਦੇ ਅੰਡਰ ਹੈ। ਜੇ ਤਾਂ ਤੁਹਾਡੇ ਇਕੱਲੇ ਨਾਲ ਹੋਇਆ ਹੁੰਦਾ ਤਾਂ ਤੁਹਾਡੀ ਵੱਖਰੀ ਗੱਲ ਬਣਨੀ ਸੀ। ਇਹ ਇਕੱਲਾ ਬਿਜ਼ਨਸ ਵੀ ਇੰਨਾ ਠੱਪ ਹੈ, ਇਕੱਲੇ ਜਿਹੜੇ ਆਪਣੇ ਦੇਸ਼ ਨੇ ਪ੍ਰਦੇਸ਼ ਨੇ ਉਹਨਾਂ ਦੀ GDP ਡਾਊਨ ਹੋਈ ਹੈ, ਇਕਨੋਮੀ ਡਾਊਨ ਹੋਈ ਹੈ। ਸੋ ਸਟ੍ਰੈਸ ਬਿਲਕੁਲ ਵੀ ਨਹੀਂ ਲੈਣਾ, ਘਰੇ ਬੈਠ ਕੇ ਪੋਜ਼ਿਟਿਵਿਟੀ ਜਨਰੇਟ ਕਰਨੀ ਹੈ, ਕਿਤਾਬਾਂ ਪੜ੍ਹ ਸਕਦੇ ਹੋ, ਤੁਸੀਂ ਸਕਿੱਲ ਡਿਵੈਲਪ ਕਰ ਸਕਦੇ ਹੋ, ਆਪਣੇ ਜੋ ਤੁਹਾਡੀਆਂ ਰਿਸ਼ਤੇ ਟੁੱਟ ਚੁੱਕੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਨਿਊ ਤਰੀਕੇ ਦੇ ਨਾਲ ਉਹਨਾਂ ਨੂੰ ਆਪਾਂ ਉਗਾ ਸਕਦੇ ਹਾਂ। ਸੋਸ਼ਲ ਮੀਡੀਆ ਰਾਹੀਂ ਉਹਨਾਂ ਨਾਲ ਕਰੇ, ਸੋਸ਼ਲ ਮੀਡੀਆ ਦੇ ਨਾਲ ਉਹਨਾਂ ਨਾਲ ਆਪਾਂ ਵਾਰਤਾਲਾਪ ਕਰ ਸਕਦੇ ਹਾਂ। ਸਮਾਂ ਹੈ ਸੀ ਪਹਿਲਾਂ, ਹਾਂ ਪਹਿਲਾਂ ਕਹਿੰਦੇ ਸੀ ਸਮਾਂ ਨਹੀਂ ਹੈਗਾ, ਹੁਣ ਆਪਣੇ ਕੋਲ ਸਮਾਂ ਵੀ ਹੈਗਾ ਜੀ, ਠੀਕ ਹੈ ਜੀ। ਫਿਰ ਜਿਵੇਂ ਕਿ ਇਹ ਸਟ੍ਰੈਸ ਤੋਂ ਹੋ ਗਿਆ। ਹਾਂ, ਹੁਣ ਇੱਕ ਇਹ ਗੱਲ ਹੈਗੀ ਹੈ ਕਿ ਡਰਨਾ ਨਹੀਂ ਹੈਗਾ, ਆਮ ਦੀਆਂ ਗੱਲਾਂ ਨੇ। ਸਭ ਤੋਂ ਪਹਿਲਾਂ ਤਾਂ ਕਰੋਨਾ ਵਾਇਰਸ ਨੂੰ ਸਿਰਫ ਇੱਕ ਚੀਜ਼ ਹੋ ਸਕਦੀ ਹੈ, ਉਹ ਹੈਗੀ ਹੈ ਹੈਂਡ ਹਾਈਜੀਨ। ਹੱਥ ਨੂੰ ਲੈ ਕੇ ਜੋ ਸਾਡੀ ਹਾਈਜੀਨ ਹੈ, ਹੱਥ ਨੂੰ ਤੁਸੀਂ ਵਾਰ-ਵਾਰ ਧੋਣਾ ਹੱਥਾਂ ਨੂੰ, ਠੀਕ ਹੈ, 20 ਸੈਕਿੰਡ ਲਈ ਧੋਣਾ। ਇਹਦੇ ਧੋਣ ਦੇ ਵੀ ਢੰਗ ਹੈ, ਠੀਕ ਹੈ। ਇਹ ਤੁਸੀਂ YouTube ਤੋਂ ਦੇਖ ਲਿਓ ਜਾਂ ਮੈਂ ਦੱਸ ਦਿੰਦਾ। ਡਾਕਟਰ ਸਾਹਿਬ ਤੁਸੀਂ ਦੱਸ ਦਿਓ ਸਾਡੇ ਦਰਸ਼ਕਾਂ। ਪਹਿਲਾਂ ਤਾਂ ਇਹਨੂੰ ਆਪਾਂ ਜਦੋਂ ਇੱਕ 2 ਤੋਂ 3 ml ਆਪਾਂ ਕਿਸੇ ਦੇ ਵਾਰ ਲਾਈ ਲਓਗੇ। ਦੇਖੋ, ਇੱਕ ਇਹ ਹੈਗੀ ਜੀ, ਮੈਂ ਤੁਹਾਨੂੰ ਦੱਸ ਦਿੰਦਾ, ਲੋਕੀ ਮੈਨੂੰ ਆਮ ਪੁੱਛਦੇ ਵੀ ਹੈਗੇ ਵੀ ਮੈਂ ਜੀ ਘਰੇ ਬਣਾਇਆ, ਨੀਮ ਵਿੱਚ ਪਾ ਲਈ ਜੀ, ਮੈਂ ਉਹ ਪਾ ਲਿਆ। ਬਿਲਕੁਲ ਨਹੀਂ ਇਹ ਕੁਛ ਕਰਨਾ। ਘਰ ਦੀਆਂ ਚੀਜ਼ਾਂ ਜੋ ਘਰ ਦਾ ਸੈਨੀਟਾਈਜ਼ਰ ਬਣਾਉਂਦੇ ਹੋ ਉਹ ਠੀਕ ਨਹੀਂ ਹੈਗਾ। ਸੈਨੀਟਾਈਜ਼ਰ ਦੇ ਵਿੱਚ ਘੱਟੋ ਘੱਟ 70% ਅਲਕੋਹਲ ਆਈਸੋਪ੍ਰੋਪਾਈਲ ਹੋਣੀ ਚਾਹੀਦੀ ਹੈ। ਇਹ ਵਾਇਰਸ ਨੂੰ ਬੇਹੋਸ਼ ਕਰ ਦਿੰਦੀ ਹੈ। ਫਿਰ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਪਿੱਛੇ ਮੈਂ ਭੁੱਲ ਗਿਆ। ਅੱਜ ਤੱਕ ਕੋਈ ਇਹੋ ਜਿਹਾ ਡਰਗ ਨਹੀਂ ਬਣਿਆ, ਮਨੁੱਖ ਨੇ ਅੱਜ ਤੱਕ ਇਹੋ ਜਿਹਾ ਡਰਗ ਕੋਈ ਇਤਿਆਰ ਨਹੀਂ ਕੀਤਾ, ਡਿਸਕਵਰ ਨਹੀਂ ਕੀਤਾ ਜਿਹੜਾ ਵਾਇਰਸ ਕਿਲ ਕਰ ਸਕੇ ਜੀ। ਕੋਈ ਵਾਇਰਸ ਕਿਲ ਨਹੀਂ ਕਰਦਾ, ਵਾਇਰਸ ਦਾ ਲੋਡ ਘਟਾ ਦਿੰਦਾ। ਹੁਣ ਜੇ ਤੁਸੀਂ ਕਹੋਗੇ ਵੀ ਕੋਈ ਇਹੋ ਜਿਹਾ ਦਵਾਈ ਹੈਗੀ ਕਿ ਇਹਦਾ ਮਾਰ ਨਹੀਂ ਹੁੰਦਾ ਵਾਇਰਸ ਨੂੰ, ਇਹੋ ਜਿਹੀ ਕੋਈ ਦਵਾਈ ਨਹੀਂ ਹੈ। ਹਾਂ, ਉਹਨੂੰ ਢਿੱਲਾ ਜ਼ਰੂਰ ਕਰ ਦਿੰਦੀ ਹੈ, ਉਹਨੂੰ ਨਕਾਮਾ ਕਰ ਦਿੰਦੀ ਹੈ। ਹੁਣ ਜਿਹੜਾ ਅਲਕੋਹਲ ਹੈ, ਇਹ ਆਪਣੇ ਕੋਲ 70% ਅਲਕੋਹਲ ਹੁੰਦਾ ਹੈ। ਇਹਨੂੰ ਆਪਾਂ 2 ਤੋਂ 3 ml ਆਪਾਂ ਲੈ ਕੇ ਇਹਨੂੰ ਆਪਾਂ ਰੱਖ ਦੇਣਾ। ਇਹਨੂੰ ਰੱਖਤਾ, ਇਹਦੇ ਤੇ ਵੀ ਹੋ ਸਕਦਾ ਕਰੋਨਾ ਵਾਇਰਸ, ਕਿਉਂਕਿ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ ਜੀ। ਪਾਲਮ ਜੀ, ਫ੍ਰਿੰਜਸ, ਦਰਸ਼ਕੋ ਧਿਆਨ ਨਾਲ ਦੇਖ ਲਓ। ਇਹ ਇੱਥੋਂ ਤੱਕ ਆਪਾਂ ਗੁੱਟ ਤੱਕ ਕਰਨਾ, ਗੁੱਠਾ ਲੱਗ ਕਰਨਾ, ਉਂਗਲਾਂ ਲੱਗ ਕਰਨੀਆਂ। ਆਹ ਉਂਗਲਾਂ ਦੇ ਵਿੱਚ ਜੋ ਜਗ੍ਹਾ ਇਹਦੇ ਤੇ ਵੀ ਕਰਨਾ ਹੈਗਾ। ਇਹ ਨਹੀਂ ਹੈਗਾ ਵੀ ਮੈਂ ਐ ਕਰਕੇ ਤੇ ਐ ਕਰਕੇ ਇਹਦਾ ਕੰਮ ਕਰਦੇ ਹੋ ਗਿਆ, ਠੀਕ ਹੈ ਨਾ।
ਸਾਰਾ ਇਹੀ ਕੰਮ ਤੁਸੀਂ ਜੇ ਸਾਬਣ ਦਾ ਆਪਾਂ ਕਰਨਾ ਹੁਣ ਜੀ ਕਈ ਜਿਹੜੇ ਗਰੀਬ ਤਬਕੇ ਦੇ ਹੈਗੇ ਨੇ ਆਪਣੇ ਉਹ ਕਹਿੰਦੇ ਨੇ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ, ਅਸੀਂ ਸੈਨੀਟਾਈਜ਼ਰ ਅਫੋਰਡ ਨਹੀਂ ਕਰ ਸਕਦੇ। ਸੈਨੀਟਾਈਜ਼ਰ ਨਾਲੋਂ ਬਿਹਤਰੀਨ ਕੰਮ ਸਾਬਣ ਕਰਦਾ, ਠੀਕ ਹੈ ਜੀ। ਹਾਂ ਇੰਨੀ ਜ਼ਰੂਰ ਮੈਂ ਗੱਲ ਕਹਿਣਾ ਚਾਹਾਂਗਾ, ਜਦੋਂ ਤੁਸੀਂ ਸਾਬਣ ਨਾਲ ਹੱਥ ਧੋਨੇ ਪਹਿਲਾਂ ਟੂਟੀ ਖੋਲ੍ਹਦੇ ਹੋ, ਸਾਬਣ ਧੋ ਲਿਆ, ਫਿਰ ਆਪਾਂ ਟਾਵਲ ਯੂਜ਼ ਕਰਦੇ ਹਾਂ, ਤੌਲੀਆ ਯੂਜ਼ ਕਰਦੇ ਹਾਂ, ਠੀਕ ਹੈ। ਹੁਣ ਧੋ ਤਾਂ ਲਿਆ, ਕੀ ਪਤਾ ਟਾਵਲ ਦੇ ਉੱਤੇ ਹੋਵੇ, ਠੀਕ ਹੈ ਨਾ। ਇਹ ਜ਼ਰੂਰ ਰੱਖੋ ਜਿਹੜਾ ਤੁਹਾਡਾ ਟਾਵਲ ਹੋਣਾ ਚਾਹੀਦਾ ਉਹ ਧੋਤਾ ਹੋਣਾ ਚਾਹੀਦਾ। ਫਿਰ ਤੁਸੀਂ ਜਾਂ ਤਾਂ ਅੱਛੀ ਗੱਲ ਹੈਗੀ ਵੀ ਤੁਸੀਂ ਟਿਸ਼ੂ ਪੇਪਰ ਯੂਜ਼ ਕਰਦੇ ਵੀ ਆਪਾਂ ਟੂਟੀ ਖੋਲੀ, ਹੱਥ ਧੋਤੇ, ਟਿਸ਼ੂ ਨਾਲ ਸਾਫ਼ ਕੀਤਾ, ਉਸੇ ਟਿਸ਼ੂ ਨਾਲ ਆਪਾਂ ਟੂਟੀ ਬੰਦ ਕਰ ਦਿੱਤੀ, ਟਿਸ਼ੂ ਨੂੰ ਆਪਾਂ ਛੱਡਾਂ, ਠੀਕ ਹੈ। ਇਹ ਤਾਂ ਹੋ ਗਈ ਆਪਣੀ ਹੈਂਡ ਦੀ ਜਿਹੜੀ ਹਾਈਜੀਨ, ਇਹ ਆਪਾਂ ਵਰਤਣੀ ਹੈ। ਇਹ ਹਮੇਸ਼ਾ ਤੁਸੀਂ, ਮੈਂ ਤਾਂ ਕਹੂੰਗਾ ਅੱਧੇ ਘੰਟੇ ਬਾਅਦ ਤੁਸੀਂ ਹੱਥ ਧੋ ਲਿਆ ਕਰੋ, ਠੀਕ ਹੈ। ਦੂਜੀ ਗੱਲ ਹੈਗੀ ਆ ਆਪਣਾ ਫੇਸ ਕਵਰ ਕਰਨਾ, ਜਿਹੜੇ ਕਿ ਆਪਾਂ ਮਾਸਕ ਰਾਹੀਂ ਕਰਦੇ ਹਾਂ, ਜਿਹੜੇ ਕਿ N95 ਵੀ ਹੈਗੇ, ਸਰਜੀਕਲ ਮਾਸਕ ਵੀ ਹੈ। ਹੁਣ ਤਾਂ ਸਰਕਾਰ ਨੇ ਕਹਿਤਾ ਵੀ ਆਪਣੇ ਘਰੇ ਵੀ ਤੁਸੀਂ ਜੋ ਘਰ ਦੇ ਵਿੱਚ ਅਵੇਲੇਬਲ ਹੈ ਮਾਸਕ ਲੈ ਸਕਦੇ ਹੋ। N95 ਤੇ ਟ੍ਰਿਪਲ ਜਿਹੜੇ ਲੇਅਰ ਮਾਸਕ ਨੇ ਉਹ ਜ਼ਿਆਦਾਤਰ ਜਿਹੜੇ ਹੈਲਥ ਕੇਅਰ ਵਰਕਰ ਦੀ ਜਾਂ ਮੀਡੀਆ ਪਰਸਨ ਦੀ ਜਾਂ ਪੁਲਿਸ ਪਰਸਨ ਦੀ ਹੀ ਰਹਿਣ, ਠੀਕ ਹੈ। ਜੋ ਘਰੇ ਆਪਾਂ ਵਰਤਦੇ ਹਾਂ ਉਹ ਆਪਾਂ ਵਰਤ ਸਕਦੇ ਹਾਂ। ਖਿਆਲ ਰੱਖਣਾ ਵੀ ਆਪਾਂ 2 ਸੈਟ ਰੱਖੀਏ ਮਾਸਕ ਦਾ, ਇੱਕ ਮਾਸਕ ਲਾਈਏ ਤੇ ਦੂਜਾ ਆਪਾਂ ਧੋਈਏ। ਹੁਣ ਉਹਨੂੰ ਧੋਣ ਦਾ ਤਰੀਕਾ ਕੀ ਹੈ, ਤੁਸੀਂ ਧੋ ਸਕਦੇ ਹੋ ਆਮ ਸੋਪ ਦੇ ਨਾਲ, ਸਿੰਪਲ ਡਿਟਰਜੈਂਟ ਨਾਲ ਧੋਤਾ, ਉਹਨੂੰ 5-6 ਘੰਟੇ ਜ਼ਰੂਰ ਸੂਰਜ ਦੀ ਰੋਸ਼ਨੀ ਦੇ ਵਿੱਚ ਥੱਲੇ ਰੱਖੋ। ਜੇ ਉਹ ਨਹੀਂ ਤਾਂ ਪ੍ਰੈਸ਼ਰ ਬੋਇਲ ਕਹਿੰਦੇ ਆ, ਪ੍ਰੈਸ਼ਰ ਬੋਇਲ ਜਿਹੜਾ ਕੁੱਕਰ ਹੈ ਉਹਦੇ ਵਿੱਚ ਆਪਾਂ ਪਾਣੀ ਪਾ ਕੇ ਤੇ ਇਹਨੂੰ 10 ਮਿੰਟ ਤੱਕ ਬੋਇਲ ਕਰਨਾ, ਉਹ ਵੀ ਕਰ ਸਕਦੇ ਹੋ। ਇਹ ਤੁਸੀਂ 2 ਸੈਟ ਲਾਉਣੇ, ਇਹ ਨਹੀਂ ਹੈਗਾ ਵੀ ਮੈਂ ਅੱਜ ਪਾਇਆ ਕੱਲ ਫੇਰ ਉਹ ਪਾ ਲਿਆ, ਫਿਰ ਉਹਦਾ ਕੋਈ ਪ੍ਰੋਟੈਕਸ਼ਨ ਨਹੀਂ ਮਾਸਕ ਦੀ। ਤੀਜੀ ਗੱਲ ਹੈ ਕਿ ਰੈਸਪੀਰੇਟਰੀ ਹਾਈਜੀਨ, ਉਹਦਾ ਮਤਲਬ ਇਹ ਹੈ ਜਦੋਂ ਆਪਾਂ ਨਾ ਬੋਲਦੇ ਹਾਂ ਜਾਂ ਖੰਘ ਕਰਦੇ ਹਾਂ ਤਾਂ ਇਹ ਜਿਹੜੀ ਕਰੋਨਾ ਵਾਇਰਸ ਹੈ ਇਹ ਡ੍ਰੌਪਲੈਟਸ ਇਨਫੈਕਸ਼ਨ ਦੇ ਨਾਲ ਫੈਲਦਾ ਹੈ ਜੀ। ਜਿਹਦੇ ਆਪਣੇ ਅੰਦਰੋਂ ਥੁੱਕ ਨਿਕਲਦਾ ਹੈ ਉਹਦੇ ਵਿੱਚ ਇਹ ਕਰੋਨਾ ਵਾਇਰਸ ਆ ਜਾਂਦਾ ਹੈਗਾ। ਇੱਕ ਖਿਆਲ ਰੱਖਣਾ ਕਿ ਆਪਾਂ 1 ਮੀਟਰ ਤੋਂ ਦੂਰੀ ਬਣਾ ਕੇ ਰੱਖਣੀ, ਜਿਹਨੂੰ ਆਪਾਂ ਫਿਜ਼ੀਕਲ ਡਿਸਟੈਂਸਿੰਗ ਕਹਿੰਦੇ ਹਾਂ। ਮੈਂ ਸੋਸ਼ਲ ਡਿਸਟੈਂਸਿੰਗ ਨਾਮ ਨਹੀਂ ਯੂਜ਼ ਕਰਦਾ, ਫਿਜ਼ੀਕਲ ਡਿਸਟੈਂਸਿੰਗ ਯੂਜ਼ ਕਰਦਾ। ਉਹ ਆਪਾਂ ਜ਼ਰੂਰ ਰੱਖਣੀ ਹੈ 1 ਮੀਟਰ ਜਿੰਨੀ, ਠੀਕ ਹੈ ਜੀ। ਫਿਰ ਹੈ ਵੀ ਜੇ ਆਪਣੇ ਖੰਘ ਹੁੰਦੀ ਹੈ ਕਦੇ ਵੀ ਆਪਣੇ ਹੱਥ ਦੇ ਨਾਲ, ਇਸੇ ਹੱਥ ਦੇ ਨਾਲ ਨਹੀਂ ਲੈਣਾ। ਜੇ ਮੰਨ ਲਓ ਵੀ ਮੈਂ ਇਸ ਹੱਥ ਦੇ ਨਾਲ ਛਿੱਕਿਆ, ਹੋ ਸਕਦਾ ਮੈਂ ਤੁਹਾਡੇ ਨਾਲ ਹੱਥ ਲਾਵਾਂ ਜਾਂ ਮੈਂ ਇੱਥੇ ਹੱਥ ਰੱਖਿਆ, ਤੁਸੀਂ ਬਾਅਦ ਵਿੱਚ ਇੱਥੇ ਹੱਥ ਰੱਖਤਾ ਤੇ ਕਰੋਨਾ ਵਾਇਰਸ ਤਾਂ ਤੁਹਾਨੂੰ ਫੈਲ ਜਾਣਾ। ਜ਼ਿਆਦਾਤਰ ਕੀ ਹੈ ਵੀ ਆਪਦੀ ਜਿਹੜੀ ਕੂਣੀ ਹੈ ਇਹਨੂੰ ਅੱਗੇ ਰੱਖ ਕੇ ਤੇ ਆਪਾਂ ਛਿੱਕ ਲਾਣੀ ਹੈ, ਤੇ ਵੱਧ ਤੋਂ ਵੱਧ ਕੀ ਹੈ ਵੀ ਕਰੋਨਾ ਵਾਇਰਸ ਇੱਥੇ ਜਾਊਗਾ, ਇਹਨੂੰ ਆਪਾਂ ਧੋ ਸਕਦੇ ਹਾਂ। 3-4 ਗੱਲਾਂ ਦਾ ਖਿਆਲ ਰੱਖਣਾ, ਬੋਲਣ ਜਦੋਂ ਬੋਲਣਾ ਜਾਂ ਛਿੱਕਣਾ ਜਾਂ ਖੰਘਣਾ, ਆਹ ਕੂਣੀ ਵਰਤਣੀ ਹੈ। 1 ਮੀਟਰ ਤੋਂ ਵੱਧ ਡਿਸਟੈਂਸ ਰੱਖਣਾ ਹੈਗਾ। 3-4 ਚੀਜ਼ਾਂ ਇਹ ਹੋਰ ਹੈਗੀਆਂ। ਫਿਰ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸ ਦੇਣਾ ਚਾਹੁੰਦਾ। ਹੁਣ ਆਪਾਂ ਨੂੰ ਨਹੀਂ ਪਤਾ ਵੀ ਵਾਇਰਸ ਕਿੱਥੇ ਕਿੱਥੇ ਹੈਗਾ, ਜਿਵੇਂ ਵਾਇਰਸ ਦੀ ਐਕਟੀਵਿਟੀ ਦੱਸੀ ਜਾਂਦੀ ਵੀ 3 ਘੰਟੇ ਇਹ ਹਵਾ 'ਚ ਰਹਿੰਦਾ, ਸਟੀਲ ਦੇ ਉੱਤੇ ਇਹ 3 ਦਿਨ ਰਹਿੰਦਾ ਹੈਗਾ, ਤੇ ਜਿਹੜਾ ਪਲਾਸਟਿਕ ਦਾ 3 ਦਿਨ ਹੈ। ਜ਼ਿਆਦਾਤਰ ਇਹ ਦੇਖਿਆ ਗਿਆ ਜਿਹੜਾ ਵਾਇਰਸ ਹੈਗਾ ਨੋਨ ਪੋਰਸ ਜਿਹੜੀਆਂ ਚੀਜ਼ਾਂ ਨੇ ਉੱਤੇ ਘੱਟ ਰਹਿੰਦਾ ਹੈ, ਤੇ ਨੋਨ ਪੋਰਸ ਚੀਜ਼ਾਂ ਤੇ ਜ਼ਿਆਦਾ ਰਹਿੰਦਾ। ਨੋਨ ਪੋਰਸ ਦਾ ਮਤਲਬ ਵੀ ਜਿਹਦੇ ਛੇਦ ਨਹੀਂ ਹੁੰਦੇ ਉਹਨਾਂ ਤੇ ਜ਼ਿਆਦਾਤਰ ਰਹਿੰਦਾ, ਜਿਹੜੇ ਪੋਰਸ ਹੁੰਦੇ ਕੱਪੜਿਆਂ ਦੇ ਉੱਤੇ ਘੱਟ ਰਹਿੰਦਾ। ਪਲਾਸਟਿਕ ਗਲਾਸ ਦੇ ਉੱਤੇ 5 ਦਿਨ ਰਹਿੰਦਾ। ਹੁਣ ਆਪਾਂ ਨੂੰ ਨਹੀਂ ਪਤਾ ਵੀ ਕਿੱਥੇ ਕਿੱਥੇ ਹੈਗਾ। ਹੁਣ ਕਈ ਵਰਗੇ ਮੇਰੇ ਵਰਗੇ ਕੋਈ ਮੂਰਖ ਹੁੰਦੇ ਵੀ ਮੁੱਛਾਂ ਬਣਾਉਣ ਲੱਗ ਜਾਂਦੇ, ਤਾਂ ਦਾੜੀ ਦੇ ਨਾਲ ਲੱਗ ਜਾਂਦੇ ਆ, ਉਹ ਮੂੰਹ ਤੇ ਹੱਥ ਲੱਗ ਜਾਂਦਾ। ਇੱਕ ਤਾਂ ਹੈਗਾ ਵੀ ਆਪਾਂ ਮੂੰਹ ਤੇ ਨਹੀਂ ਹੱਥ ਲਾਉਣਾ, ਕਿਉਂਕਿ ਇਹ ਕਈ ਕਹਿੰਦੇ ਵੀ ਗਿੱਟ ਲਾਉਣੀ ਹੈ ਜੀ, ਮੈਂ ਮੁੱਛਾਂ ਬਣਾਉਣੀਆਂ ਜੀ, ਠੀਕ ਹੈ ਜੀ। ਇਹ ਚੀਜ਼ ਨਹੀਂ ਕਰਨੀ ਹੈਗੀ। ਇਹ ਜੇ ਤੁਸੀਂ ਕਰਨੀ ਵੀ ਹੈਗੀ ਆ, ਪਹਿਲਾਂ ਜ਼ਰੂਰ ਆਪਦਾ ਹੱਥ ਧੋ ਲਓ। ਜੇ ਤੁਹਾਨੂੰ ਲੱਗਦਾ ਵੀ ਖੁਰ ਕਿਤੇ ਹੋ ਰਹੀ ਹੈ, ਆਪਦਾ ਸੈਨੀਟਾਈਜ਼ਰ ਨਾਲ ਹੱਥ ਧੋ ਲਓ ਜਾਂ ਆਪਦੇ ਸਾਬਣ ਨਾਲ ਹੱਥ ਧੋ ਲਓ, ਫਿਰ ਤੁਸੀਂ ਉਹਨੂੰ ਵਰਤ ਲਿਓ। ਫਿਰ ਲੋਕੀ ਕਹਿੰਦੇ ਆ ਵੀ ਮੈਂ ਤਾਂ 2 ਮਿੰਟ ਪਹਿਲਾਂ ਹੀ ਹੱਥ ਧੋ ਲਏ ਸੀਗੇ, ਜਿਵੇਂ ਕਿ ਮੰਨ ਲਓ ਮੈਂ ਹੁਣ ਹੱਥ ਧੋਤੇ, ਮੈਂ ਆਪਦਾ ਇੱਥੋਂ ਜੋ ਵੀ ਹੈਗੇ ਕਰਕੇ ਤੇ ਮੈਂ ਮਾੜਾ ਥੱਲੇ ਹੱਥ ਲਾ ਲਿਆ ਜੀ, ਇਹਨੂੰ ਚੱਕ ਕੇ ਐ ਰੱਖਤਾ ਤੇ ਮੈਂ ਤਾਂ ਹੁਣੇ ਧੋਤੇ ਸੀ, ਮੈਂ ਫੇਰ ਲਾ ਲਾ। ਨਹੀਂ, ਜਦੋਂ ਵੀ ਤੁਸੀਂ ਆਪਦੇ ਹੱਥ ਲਾਉਣਾ ਹੈਗਾ, ਫੇਸ ਨੂੰ ਹੱਥ ਲਾਉਣਾ, ਤੇ ਇਹ ਜ਼ਰੂਰ ਖਿਆਲ ਰੱਖਣਾ ਹੈ ਵੀ ਮੈਂ ਆਪਦਾ ਹੱਥ ਜ਼ਰੂਰ ਧੋਵਾਂ, ਚੰਗੀ ਤਰ੍ਹਾਂ ਹੱਥ ਧੋਵਾਂ, ਫੇਰ ਆਪਣੇ ਫੇਸ ਨੂੰ ਹੱਥ ਲਾਉਣਾ। ਨਹੀਂ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਫੇਸ ਨੂੰ ਹੱਥ ਲਾਉਣਾ ਹੀ, ਇਹੀ ਗੱਲ ਹੈ। ਤੁਸੀਂ ਇਹ ਚੀਜ਼ਾਂ ਵਰਤੋਗੇ, ਤੁਸੀਂ 100% ਨਿਜਾਤ ਇਸ ਬਿਮਾਰੀ ਤੋਂ ਪਾਲੋਗੇ। ਕਰੋਨਾ ਤੁਹਾਡੇ ਨਹੀਂ ਆ ਜੀ ਜੀ। ਇਹ ਸਨ ਡਾਕਟਰ ਹਰਜੀਤ ਸਿੰਘ ਜੀ ਗੈਲਨ, ਮੈਡੀਕਲ ਅਫਸਰ ਸਿਹਤ ਵਿਭਾਗ ਮੋਗਾ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਕਰੋਨਾ ਵਾਇਰਸ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਅਤੇ ਅਸੀਂ ਕੀ ਖਾਣੇ ਦੇ ਵਿੱਚ ਲੈ ਸਕਦੇ ਹਾਂ। ਅਤੇ ਜੇਕਰ ਕਿਸੇ ਨੂੰ ਕਰੋਨਾ ਵਾਇਰਸ ਹੋ ਵੀ ਜਾਂਦਾ ਤਾਂ ਉਸ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਉਸ ਨੂੰ ਆਪਣਾ ਮਨੋਬਲ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਉਹ ਜਲਦੀ ਹੀ ਉਸ ਵਾਇਰਸ ਨੂੰ
ਛੁਟਕਾਰਾ ਪਾ ਸਕੇ। ਡਾਕਟਰ ਸਾਹਿਬ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਦਰਸ਼ਕਾਂ ਬਾਰੇ ਵਧੀਆ ਚੰਗੇ ਸੁਝਾਅ ਵੀ ਦੱਸੇ ਤੇ ਕਿਸ ਤਰ੍ਹਾਂ ਅਸੀਂ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਾਂ। ਦਰਸ਼ਕੋ ਅਸੀਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ। ਅਗਲੇ ਐਪੀਸੋਡ ਦੇ ਵਿੱਚ ਅਸੀਂ ਹੋਰ ਵੀ ਡਾਕਟਰ ਸਾਹਿਬ ਬੁਲਾਵਾਂਗੇ ਜੋ ਕਿ ਤੁਹਾਨੂੰ ਵਿਚਾਰ ਦੱਸਣਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਧੰਨਵਾਦ।